मेरा गुण अवगुण ना विचारो कोई। माटी का क्या धोपै स्वामी, मानस की गत एही। सगल द्वार को छाड़ के, गह्यो तुहारो द्वार। बाहें गहे की लाज अस, गोविंद दास तुहार। गोविंद दास तुहार। सन्मानयोग गुरु प्यारी साध संगत जी, ज्ञान दे सागर ब्रह्मंड दे बादशाह श्री गुरु ग्रंथ साहिब जी दियां असीसां लैंदे होए गुरमत विचारां दी सांझ पाईए। प्रथम प्यार सहित आखो जी वाहिगुरु जी का खालसा, वाहिगुरु जी की फतेह। हर एक मनुख दी जिंदगी दा एक एक पल, एक एक सेकंड बहुत ही कीमती हुंदा है। पर जदों आपां गुरु साहिब जी दे कोल आके बैठ जाते हाँ, उदों ये जिंदगी दे जिहड़े पल ने होर भी सोहणे हो जाते ने। पर कल्लियां बैठण दे नाल ही नहीं, गुरु महाराज जी जो कहिंदे ने उहनूं सुण के, उहनूं मन के, हिरदे विच वसा के ही जिंदगी नूं सोहना बनाया जा सकता है। अज दा पावन हुक्मनामा शहीदां दे सिरताज अते शांति दे पुंज गुरु अर्जन देव जी महाराज उन्हां दी रसना तो गायन कीता है, जो कि सूही राग दे विच 745 अंग ते साहिब श्री गुरु ग्रंथ साहिब जी विच अंकित है, दर्ज है। गुरु अर्जन देव जी ने इस शब्द अंदर मनुख नूं एक गल समझाई आ कि इंसान दी एक फितरत आ, एक सुभाव है कि ये जिहड़ी गलती करदा है ਉਹ ਤੋਂ कुछ सिखदा नहीं। इंसान दी सब तो वड्डी जिहड़ी दुख वाली गल आ वो यही आ, ये अपने तजर्बे तो भी नहीं सिखदा। गुरु अर्जन देव जी जाते नाही को सुखी, ताकै पाछै जाओ, छोड़ जाहे जो सगल को, फिर लपटाओ। गुरु अर्जन देव जी कहते मान लो मनुख गलतियां दा पुतला है। ये गल असीं स्वीकार करते हैं कि हर एक मनुख तो कोई ना कोई भुल हुंदी आ। एक गुरु ही है, एक परमात्मा ही आ जिहड़ा कदे भी भुलदा नहीं। भुलन अंदर सब को अभुल गुरु करतार। पर गुरु अर्जन देव जी कहते एक गलती नूं बार बार करी जाना ये पशु ताला। एक गलती एक बार होवेगी, 2 बार हो जाएगी, चलो 3 बार हो जाएगी, पर जे तुसीं उहनूं बार बार कर रहे हो
ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਪਸ਼ੂ ਤਲ 'ਤੇ ਜਿਉ ਰਹੇ ਹੋ, ਉਦੋਂ ਵੀ ਕੁਝ ਗਾਂ। ਉਹਨਾਂ ਨੂੰ ਵੀ ਇੱਕ ਵਾਰ ਹਟਾਈਏ, 2 ਵਾਰ ਹਟਾਈਏ, 3 ਵਾਰ ਹਟਾਈਏ, ਹਟ ਜਾਂਦੇ ਨੇ। ਇਨਸਾਨ ਦੀ ਜਿਹੜੀ ਸਭ ਤੋਂ ਵੱਡੀ ਆਪਾਂ ਕਹਿ ਸਕਦੇ ਹਾਂ ਪੀੜਾ, ਦੁੱਖ, ਗੁਰੂ ਅਰਜਨ ਦੇਵ ਜੀ ਕਹਿੰਦੇ, ਇਹ ਆਪਣੀਆਂ ਗਲਤੀਆਂ ਤੋਂ, ਆਪਣੇ ਤਜਰਬੇ ਤੋਂ, ਆਪਣੇ ਅਨੁਭਵ ਤੋਂ ਨਹੀਂ ਸਿੱਖਦਾ। ਜੋ ਕੰਮ ਇਹਨੇ ਕੀਤਾ, ਇਹਨੂੰ ਦੁੱਖ ਮਿਲਿਆ, ਉਹਨੂੰ ਵਾਰ-ਵਾਰ ਕਰਦਾ ਹੈ। ਕਿਵੇਂ? ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ। ਆਓ ਆਪਾਂ ਇਹਦੀ ਹੀ ਵਿਚਾਰ ਕਰਨੀ ਆ। ਸੂਹੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬਦ ਉਚਾਰਿਆ ਹੈ, ਬਖਸ਼ਿਸ਼ ਕੀਤੀ ਹੈ। ਸੂਹੀ ਮਹੱਲਾ ਪੰਜਵਾ। ਜਿਨ ਮੋਹੇ ਬ੍ਰਹਮੰਡ ਖੰਡ, ਤਾਹੂ ਮੈਂ ਪਾਉ। ਰਾਖ ਲਿਹੋ ਇਹ ਬਿਖੇ ਜੀਓ, ਦੇਹੋ ਆਪਣਾ ਨਾਮ। ਹੇ ਵਾਹਿਗੁਰੂ, ਤੂੰ ਖੰਡ ਸਾਜੇ ਨੇ, ਧਰਤੀ ਦੇ ਟੋਟੇ ਸਾਜੇ ਨੇ, ਬ੍ਰਹਮੰਡ ਸਾਜਿਆ ਹੈ, ਉਹਦੇ ਵਿੱਚ ਹੀ ਮੈਨੂੰ ਵੀ ਭੇਜਿਆ ਹੈ। ਹੇ ਵਾਹਿਗੁਰੂ, ਹੇ ਖੁਦਾ, ਤੁਸਾਂ ਨੇ ਧਰਤੀ ਬਣਾਈ ਆ, ਇੱਥੋਂ ਗੱਲ ਕਹਿੰਦੇ ਨੇ। ਬ੍ਰਹਮੰਡ ਬਣਾਇਆ, ਜਿਹਦੇ ਵਿੱਚ ਕਈ ਸਾਰੇ ਗ੍ਰਹਿ ਨੇ, ਨਛੱਤਰ ਨੇ, ਤਾਰੇ ਨੇ, ਖੰਡ ਨੇ, ਤੇ ਮੈਨੂੰ ਵੀ ਉਹਦੇ ਵਿੱਚ ਹੀ ਭੇਜਿਆ ਹੈ। ਬਹੁਤ ਸਾਰੀਆਂ ਧਰਤੀਆਂ ਨੇ, ਧਰਤੀ ਹੋਰ, ਪਰੈ ਹੋਰ। ਉਹਨਾਂ ਧਰਤੀਆਂ ਵਿੱਚੋਂ ਇੱਕ ਧਰਤੀ ਆ, ਉਹਦੇ 'ਤੇ ਮੈਨੂੰ ਵੀ ਭੇਜ ਦਿੱਤਾ। ਉਹਦੇ ਇੱਕ ਨਿੱਕਾ ਜਿਹਾ ਪਿੰਡ, ਉਹਦੇ ਵਿੱਚ ਮੇਰਾ ਇੱਕ ਛੋਟਾ ਜਿਹਾ ਮਕਾਨ, ਉਹ ਛੋਟੇ ਜਿਹੇ ਮਕਾਨ ਦੇ ਵਿੱਚ ਮੇਰਾ ਇੱਕ ਵਜੂਦ ਮੈਨੂੰ ਭੇਜਿਆ ਹੈ। ਰਾਖ ਲਿਹੋ ਇਹ ਬਿਖਈ ਜੀਓ, ਦੇਹੋ ਆਪਣਾ ਨਾਮ। ਇਹ ਸਭ ਜੰਜਾਲ ਜਿਹੜਾ ਸੀ, ਉਹਦੇ ਵਿੱਚ ਫਸ ਕੇ ਮੈਂ ਆਪਣੇ ਆਪ ਨੂੰ ਕੁਝ ਮੰਨ ਬੈਠਾ ਹਾਂ। ਇਹਦੇ ਵਿੱਚ ਕੁਝ ਚੰਗੀਆਂ ਚੀਜ਼ਾਂ ਵੀ ਸਨ ਧਰਤੀ 'ਤੇ, ਚੰਗੇ ਲੋਕ ਵੀ ਨੇ, ਮਾੜੇ ਲੋਕ ਵੀ ਨੇ। ਮਾੜੇ ਲੋਕਾਂ ਦੀ ਗਿਣਤੀ ਚੰਗਿਆਂ ਨਾਲੋਂ ਹਮੇਸ਼ਾ ਹੀ ਵੱਧ ਹੁੰਦੀ ਆ। ਕੰਡਿਆਂ ਦੀ ਗਿਣਤੀ ਫੁੱਲਾਂ ਨਾਲੋਂ ਹਮੇਸ਼ਾ ਹੀ ਵੱਧ ਹੁੰਦੀ ਆ। ਹਰ ਪਿੰਡ ਦੇ ਵਿੱਚ ਚੰਦਨ ਦੇ ਬੂਟੇ ਨਹੀਂ ਹੁੰਦੇ, ਹਰ ਸ਼ਹਿਰ ਦੇ ਵਿੱਚ ਵੀ ਨਹੀਂ ਹੁੰਦੇ, ਕਈ ਵਾਰੀ ਹਰ ਰਾਜ ਵਿੱਚ ਵੀ ਨਹੀਂ ਹੁੰਦੇ। ਇਸ ਕਰਕੇ ਉਹ ਥੋੜ੍ਹੇ ਨੇ, ਵਿਖਿਆ ਵਾਲੀਆਂ ਚੀਜ਼ਾਂ ਬਹੁਤੀਆਂ ਨੇ। ਜਿਵੇਂ ਇਹਨੂੰ ਕਹਿ ਸਕਦੇ ਹਾਂ ਕਿ ਮੇਰਾ ਮਨ, ਇਹਨੂੰ ਫਸਾਉਣ ਲਈ ਸਰਵਰ ਪੰਖੀ ਹੇਕੜੋ, ਫਾਹੀ ਵਾਲ 50 ਚੀਜ਼ਾਂ ਨੇ ਜਿਹੜੀਆਂ ਇਹਨੂੰ ਖਰਾਬ ਕਰ ਸਕਦੀਆਂ ਨੇ। ਬਚਾਉਣ ਵਾਲੀ ਇੱਕ ਚੀਜ਼ ਆ ਤਾਂ ਮੇਰੇ ਫਸਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਕਾਮ ਮੈਨੂੰ ਫਸਾ ਲੈਂਦਾ ਹੈ, ਇੱਦਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ। ਕ੍ਰੋਧ ਮੈਨੂੰ ਜਕੜ ਲੈਂਦਾ ਹੈ, ਮੋਹ ਮੈਨੂੰ ਬੰਧਨਾਂ 'ਚ ਪਾ ਦਿੰਦਾ ਹੈ, ਹੰਕਾਰ ਵਿੱਚ ਆ ਕੇ ਮੈਂ ਫੁੱਲ ਜਾਂਦਾ ਹਾਂ, ਅਤੇ ਇੱਦਾਂ ਹੀ ਲਾਲਚ ਵਿੱਚ ਆ ਕੇ ਮੈਂ ਇੱਕ ਹਲਕੇ ਹੋਏ ਕੂਕਰ ਦੇ ਵਾਂਗ ਬਣ ਜਾਂਦਾ ਹਾਂ। ਰਾਖ ਲਿਹੋ ਇਹ ਬਿਖਈ ਜੀਓ, ਦੇਹੋ ਆਪਣਾ ਨਾਮ। ਮੇਰੇ 'ਤੇ ਤਰਸ ਕਰੋ ਵਾਹਿਗੁਰੂ। ਹੇ ਗੁਰੂ ਨਾਨਕ ਜੀ, ਮੈਂ ਇਹਨਾਂ ਚੀਜ਼ਾਂ ਦੇ ਵਿੱਚ ਫਸਿਆ ਹੋਇਆ ਹਾਂ, ਮੇਰੇ ਤੋਂ ਨਿਕਲਿਆ ਨਹੀਂ ਜਾਂਦਾ। ਕਿਰਪਾ ਕਰਕੇ ਮੈਨੂੰ ਦੇਹੋ ਆਪਣਾ ਨਾਮ। ਮੈਨੂੰ ਆਪਣਾ ਗਿਆਨ ਦੇ ਕੇ, ਮੈਨੂੰ ਆਪਣੀ ਸੋਝੀ ਦੇ ਕੇ ਕਿਰਪਾ ਕਰੋ, ਕਿਉਂਕਿ ਮੈਂ ਇੱਕ ਗਲਤੀ ਨੂੰ ਵਾਰ-ਵਾਰ ਕਰ ਰਿਹਾ। ਮੈਂ ਗਲਤੀਆਂ ਤੋਂ ਵੀ ਨਹੀਂ ਸਿੱਖ ਰਿਹਾ। ਜਾਤੇ ਨਾਹੀਂ ਕੋ ਸੁਖੀ, ਤਾਕੈ ਪਾਛੈ ਜਾਓ। ਕਹਿ ਰਹੇ ਨੇ ਜਿਨ੍ਹਾਂ ਚੀਜ਼ਾਂ ਦੇ ਵਿੱਚੋਂ ਸੁੱਖ ਨਹੀਂ ਮਿਲਦਾ, ਮੈਂ ਜਾਣ ਬੁੱਝ ਕੇ ਉਹਨਾਂ ਦੇ ਪਿੱਛੇ ਲੱਗਾ ਹੋਇਆ ਹਾਂ। ਜਿਨ੍ਹਾਂ ਚੀਜ਼ਾਂ ਦੇ ਵਿੱਚ ਸੁੱਖ ਨਹੀਂ ਆ, ਮੈਨੂੰ ਪਤਾ ਹੈ ਇਹ ਚੀਜ਼ ਗਲਤ ਹੈ, ਤਾਂ ਮੈਂ ਉਹਦੇ ਪਿੱਛੇ ਫਿਰ ਜਾਂਦਾ ਹਾਂ। ਫਿਰ ਮੈਨੂੰ ਠੋਕਰ ਵੱਜਦੀ ਹੈ, ਮੈਂ ਫਿਰ ਜਾਂਦਾ ਹਾਂ। ਮੈਂ ਆਪਣੀਆਂ ਗਲਤੀਆਂ ਤੋਂ ਵੀ ਸਿੱਖ ਨਹੀਂ ਪਾ ਰਿਹਾ।
हे गुरु महाराज मेरे ते कृपा करो। अब तो जादे रफ्ते गांव की भी पहुँच नहीं, दोस्तों ने कितनी दूर वसाई है बस्तियाँ। एक शायर बहुत सोहणे तरीके नाल ਕਹਿੰਦਾ हे वाहिगुरु ਅਸੀਂ ਤਾਂ ਬਹੁਤ ਨਖਿੱਧ ਹਾਂ, ਸਾਡੀ ਯਾਦ ਸਾਡੇ ਦਿਲ ਦੇ ਅੰਦਰ ਜਿਹੜੇ ਖਿਆਲ ਨੇ ਮਨ 'ਚ ਚੱਲਦੇ ਫੁਰਨੇ ਉਹਨਾਂ ਦੀ ਵੀ ਤੇਰੇ ਤੱਕ ਪਹੁੰਚ ਨਹੀਂ ਹੈਗੀ। ਅਸੀਂ ਤਾਂ ਤੇਰੇ ਤੱਕ ਕਿੱਥੇ ਪਹੁੰਚ ਜਾਵਾਂਗੇ। अब तो याद रफ्ते गांव की भी पहुँच नहीं, दोस्तों ने कितनी दूर बसाई है बस्तियाँ। तेरा घर बहुत दूर है, दूर है, मेरी याद भी ਉਹਦੇ तक नहीं पहुँच रही। मैं ਤਾਂ ਹੋਰ ਹੀ ਜੰਜਾਲ ਦੇ ਵਿੱਚ ਫਸਿਆ ਹਾਂ। ਇੱਕ ਕਹਾਣੀ ਮੈਂ ਪੜ੍ਹ ਰਿਹਾ ਸੀ, ਬਹੁਤ ਸੁੰਦਰ ਹੈ, ਹੋਰ ਸਮਝੋਗੇ ਤਰੀਕੇ ਦੇ ਨਾਲ। ਇੱਕ ਐਗਜ਼ਾਮਪਲ ਹੈ, ਉਦਾਹਰਨ। ਕਿਹਾ ਜਾਂਦਾ ਮਨੁੱਖ ਚੋਟ ਖਾ ਕੇ ਵੀ ਸਮਝਦਾ ਨਹੀਂ, ਕਿਸੇ ਦੇ ਸਮਝਾਇਆ ਤਾਂ ਇਹਨੇ ਕੀ ਸਮਝਣਾ ਹੈ, ਕਿਸੇ ਦੇ ਸਮਝਾਇਆ ਤਾਂ ਇਹਨੇ ਕੀ ਸਮਝਣਾ ਹੈ। ਇਹ ਤਾਂ ਆਪਣੀ ਚੋਟ ਤੋਂ ਸਮਝ ਜੇ, ਆਪਣੇ ਗਿਆਨ ਤੋਂ ਸਮਝ ਜੇ, ਇੰਨਾ ਹੀ ਬਹੁਤ ਆ। ਇੱਕ ਗੱਡੀ ਵਿੱਚ ਨੌਜਵਾਨ ਸਵਾਰ ਸਨ, ਜਾ ਰਹੇ ਸੀ ਰੋਡ 'ਤੇ। ਅੱਗੇ ਰੋਡ ਦੇ ਉੱਪਰ ਇੱਕ ਬੋਰਡ ਲਿਖਿਆ ਹੋਇਆ ਸੀ ਕਿ ਇੱਧਰ ਨਾ ਜਾਓ, ਇਹ ਸੜਕ ਜਿਹੜੀ ਆ ਜਾਣਯੋਗ ਨਹੀਂ ਆ, ਅੱਗੇ ਜੰਗਲ ਹੈ, ਇਸ ਕਰਕੇ ਇੱਧਰ ਜਾਣਾ ਬੈਨ ਆ, ਇੱਧਰ ਨਹੀਂ ਜਾਣਾ। ਬੋਰਡ ਉਹਨਾਂ ਸਾਰਿਆਂ ਨੇ ਪੜ੍ਹ ਲਿਆ, ਕਾਰ 'ਚ ਬੈਠਿਆਂ ਨੇ ਕਹਿਣ ਲੱਗੇ ਨਹੀਂ ਹੋ ਸਕਦਾ ਕਿਸੇ ਨੇ ਜਾਣ ਬੁੱਝ ਕੇ ਲਿਖ ਦਿੱਤਾ ਹੋਵੇ, ਕੋਈ ਸ਼ਰਾਰਤ ਕੀਤੀ ਹੋਵੇ, ਆਪਾਂ ਤਾਂ ਦੇਖਾਂਗੇ ਜਾ ਕੇ। ਉਹਨਾਂ ਨੇ ਫਿਰ ਉੱਧਰ ਗਏ ਜਿੱਥੇ ਮਨ੍ਹਾ ਕੀਤਾ ਹੋਇਆ ਸੀ, ਜਿੱਥੇ ਸਟਾਪ ਲਿਖਿਆ ਹੋਇਆ ਸੀ, ਇੱਧਰ ਨਹੀਂ ਜਾਣਾ। ਗਏ, ਅੱਗੇ ਦੇਖਿਆ ਤੇ ਬਹੁਤ ਹੀ ਖੌਫਨਾਕ ਰਸਤਾ ਸੀ ਅੱਗੇ, ਪਤਾ ਸੀ ਕਿ ਜਾਵਾਂਗੇ ਤੇ ਫਸ ਜਾਵਾਂਗੇ। ਵਾਪਸ ਮੁੜੇ, ਉਹ ਬੋਰਡ ਦੇ ਦੂਜੇ ਪਾਸੇ ਲਿਖਿਆ ਹੋਇਆ ਸੀ, ਕਹਿੰਦੇ ਹੁਣ ਤੁਸੀਂ ਇਸ ਜਗ੍ਹਾ 'ਤੇ ਜਾ ਕੇ ਦੇਖ ਚੁੱਕੇ ਹੋ। ਦੂਜੇ ਪਾਸੇ ਜੋ ਬੋਰਡ 'ਤੇ ਲਿਖਿਆ ਉਹਦੇ 'ਤੇ ਤੁਹਾਨੂੰ ਯਕੀਨ ਨਹੀਂ, ਪਰ ਕੀ ਹੁਣ ਤੁਹਾਨੂੰ ਯਕੀਨ ਆ ਗਿਆ ਹੈ ਕਿ ਵਾਕਈ ਹੀ ਰਸਤਾ ਜਾਣਯੋਗ ਨਹੀਂ ਆ, ਸੇਫ ਨਹੀਂ ਆ, ਸੁਰੱਖਿਅਤ ਨਹੀਂ। ਕਹਿਣ ਦਾ ਭਾਵ ਮੇਰੇ ਇਹ ਹੈ ਕਿ ਬੰਦਾ ਕਿਸੇ ਦੇ ਸਮਝਾਇਆ ਨਹੀਂ ਸਮਝਦਾ, ਇਹ ਤਾਂ ਆਪਣੇ ਆਪ ਦੀ ਸਮਝ ਤੋਂ ਸਮਝ ਜਾਵੇ, ਇੰਨਾ ਹੀ ਬਹੁਤ ਆ। ਗੁਰੂ ਮਹਾਰਾਜ ਨੂੰ ਇਵੇਂ ਕਹਿੰਦੇ ਨੇ, ਭਗਤ ਜੀ ਇਵੇਂ ਕਹਿੰਦੇ ਨੇ, ਕਬੀਰ ਸਾਹਿਬ ਜੀ ਕਹਿੰਦੇ ਚੰਦਨ ਕੈ ਨਿਕਟੈ ਵਸੈ, ਬਾਂਸ ਸੁਗੰਧ ਨਾ ਹੋਏ। ਮਹਾਤਮਾ ਬੁੱਧ ਜੀ ਨੂੰ ਇਵੇਂ ਕਹਿੰਦੇ ਨੇ, ਕਹਿੰਦੇ ਕਿ ਜਿਵੇਂ ਇੱਕ ਚਮਚਾ ਹੁੰਦਾ, ਕੜਛੀ ਹੁੰਦੀ ਆ, ਉਹ ਸਦਾ ਹੀ ਦਾਲ ਦੇ ਵਿੱਚ, ਸਬਜ਼ੀਆਂ ਦੇ ਵਿੱਚ ਰਹਿੰਦੀ ਆ, ਭੋਜਨ ਦੇ ਵਿੱਚ ਰਹਿੰਦੀ ਆ, ਉਹਦੇ ਨਾਲ ਹੀ ਭੋਜਨ ਪਰੋਸਦੇ ਹਾਂ, ਪਰ ਉਹਨੂੰ ਰੱਜ ਨਹੀਂ ਆਉਂਦਾ ਕਦੇ ਵੀ, ਉਹਨੂੰ ਫਰਕ ਨਹੀਂ ਪੈਂਦਾ। ਕਬੀਰ ਸਾਹਿਬ ਜੀ ਕਹਿੰਦੇ ਕਈ ਦਰਖਤ ਇੱਦਾਂ ਦੇ ਆ ਜਿਵੇਂ ਬਾਂਸ ਦਾ, ਅੰਦਰੋਂ ਖੋਲ ਪਈ ਆ ਉਹਦੇ ਵਿੱਚ, ਉਹ ਚੰਦਨ ਦੇ ਕੋਲੇ ਰਹਿੰਦਾ ਵਾ, ਪਰ ਚੰਦਨ ਦਾ ਪ੍ਰਭਾਵ ਉਹ ਕਬੂਲਦਾ ਹੀ ਨਹੀਂ ਹੈਗਾ। ਗੁਰੂ ਕੋਲੇ ਤਾਂ ਬਹੁਤ ਜਾਣੇ ਆਉਂਦੇ ਨੇ, ਪਰ ਗੁਰੂ ਤੋਂ ਸਿੱਖਦਾ ਕੌਣ ਆ? ਭਾਈ ਗੁਰਦਾਸ ਜੀ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਬਹੁਤ ਯੋਧੇ ਜਾਂਦੇ ਨੇ, ਇੱਕੋ ਦਿਨ ਨਹੀਂ ਸਾਰੇ ਮਰ ਜਾਂਦੇ, ਇੱਕੋ ਦਿਨ ਨਹੀਂ ਸਾਰੇ ਸ਼ਹੀਦ ਹੋ ਜਾਂਦੇ, ਵੱਖ-ਵੱਖ ਸਮੇਂ 'ਤੇ ਹੁੰਦੇ ਨੇ। ਨਿੱਕੀਆਂ ਬੱਚੀਆਂ ਸਹੇਲੀਆਂ ਇਕੱਠੀਆਂ ਖੇਡਦੀਆਂ ਨੇ, ਉਹਨਾਂ ਦਾ ਏਕ ਦਿਨ ਹੋਤ ਨਾ ਵਿਵਾਹ ਜੀ। ਭਾਈ ਗੁਰਦਾਸ ਜੀ ਦੇ ਇਕੱਠੀਆਂ ਦਾ ਵਿਆਹ ਨਹੀਂ ਹੁੰਦਾ, ਅਲੱਗ-ਅਲੱਗ ਦਿਨ 'ਤੇ ਹੁੰਦਾ, ਕਿਸੇ ਦਾ ਕਿਹੜੇ ਸਾਲ 'ਚ, ਕਿਸੇ ਦਾ ਕਿਹੜੇ ਸਾਲ 'ਚ। ਗੁਰੂ ਦੇ ਕੋਲੇ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ, ਪਰ ਸਾਰੇ ਵਿਦਵਾਨ ਨਹੀਂ ਬਣ ਜਾਂਦੇ। ਜਿਵੇਂ ਚੰਦਨ ਦੇ ਬੂਟੇ ਕੋਲ ਸਾਰੇ ਬੂਟੇ ਨਹੀਂ ਚੰਦਨ ਹੁੰਦੇ, ਗੁਰੂ ਕੋਲੇ ਵੀ ਬਹੁਤ ਸੰਗਤਾਂ ਆਉਂਦੀਆਂ ਨੇ, ਤਖਤਾਂ 'ਤੇ, ਧਾਮਾਂ 'ਤੇ, ਸਾਡੇ ਇਤਿਹਾਸਕ ਸਥਾਨ ਨੇ, ਸਾਰੇ ਥੋੜ੍ਹੀ ਗੁਰੂ ਵਾਲੇ ਬਣ ਜਾਂਦੇ ਨੇ। ਬੰਦਾ ਆਪਦੀਆਂ ਗਲਤੀਆਂ ਤੋਂ ਨਹੀਂ ਸਿੱਖਦਾ, ਬੰਦਾ ਆਪਣੇ ਤਜਰਬੇ ਤੋਂ ਨਹੀਂ ਸਿੱਖਦਾ।
ਇਨਸਾਨ ਜਿਹੜੀ ਗਲਤੀ ਕਰਦਾ ਉਹ ਮੁੜ ਕਰਦਾ, ਫਿਰ ਕਰਦਾ। ਇਹ ਗੁਰੂ ਅਰਜਨ ਦੇਵ ਜੀ ਨੇ ਅੱਜ ਦਾ ਵਿਸ਼ਾ ਸਾਨੂੰ ਸਮਝਾ ਰਹੇ ਨੇ। ਉਹ ਕਹਿ ਆਪਣੇ ਆਪ ਨੂੰ ਰਹੇ ਨੇ ਪਰ ਸਮਝਾ ਸਾਨੂੰ ਰਹੇ ਨੇ। ਜਾਤੇ ਨਾਹੀ ਕੋ ਸੁਖੀ ਤਾਕੈ ਪਾਛੈ ਜਾਓ। ਜਿਨ੍ਹਾਂ ਚੀਜ਼ਾਂ ਦੇ ਵਿੱਚ ਬਿਲਕੁਲ ਵੀ ਕੋਈ ਵੀ ਸੁੱਖ ਨਹੀਂ ਹੈਗਾ, ਮੈਂ ਮੁੜ ਉਹਨਾਂ ਦੇ ਪਿੱਛੇ ਜਾਂਦਾ ਹਾਂ, ਮੁੜ ਉਹਨਾਂ ਨੂੰ ਚਾਹੁੰਦਾ ਹਾਂ, ਮੁੜ ਮੈਨੂੰ ਉਹ ਪਿਆਰੀਆਂ ਲੱਗਦੀਆਂ ਨੇ। ਛੋੜ ਜਾਹੇ ਜੋ ਸਗਲ ਕੋ ਫਿਰ ਲਪਟਾਓ। ਦੇਖੋ ਪਿਆਰਿਓ, ਗੁਰੂ ਮਹਾਰਾਜ ਇੱਕ ਗੱਲ ਕਹਿੰਦੇ ਨੇ ਸਾਨੂੰ। ਕਬੀਰ ਸਾਹਿਬ ਦਾ ਇੱਕ ਬਹੁਤ ਸੋਹਣਾ ਬਚਨ ਆ, ਇਵੇਂ ਤੁਸੀਂ ਹੋਰ ਬਹੁਤ ਸੁੰਦਰ ਤਰੀਕੇ ਨਾਲ ਸਮਝ ਜਾਵੋਗੇ ਇਸ ਗੱਲ ਨੂੰ। ਪੈਸਿਆਂ ਦਾ ਕੋਈ ਦੋਸ਼ ਨਹੀਂ ਹੈਗਾ, ਘਰ ਦਾ ਜਿਹੜਾ ਜਿਹ 'ਚ ਅਸੀਂ ਰਹਿੰਦੇ ਹਾਂ ਉਹਦਾ ਕੋਈ ਦੋਸ਼ ਨਹੀਂ ਹੈਗਾ, ਜਿਹੜੀ ਰੋਟੀ ਅਸੀਂ ਖਾਂਦੇ ਹਾਂ ਉਹਦਾ ਕੋਈ ਦੋਸ਼ ਨਹੀਂ ਹੈਗਾ। ਖਸਮ ਮਰੈ ਤੋ ਨਾਰ ਨ ਰੋਵੈ, ਉਸ ਰਖਵਾਰਾ ਔਰ ਹੋਵੇ। ਕਹਿੰਦੇ ਕਿ ਖਸਮ ਇੱਥੇ ਕਹਿ ਦਿੱਤਾ ਹੈ ਕਿ ਮਾਲਕ, ਨਾਰ ਅਰਥਾ ਪੈਸੇ ਦੇ, ਦੌਲਤ ਦੇ, ਡਾਲਰਾਂ ਦੇ, ਪਾਉਂਡ ਦੇ, ਕੋਈ ਵੀ ਕਰੰਸੀ ਹੋਵੇ ਕਿਸੇ ਦੇਸ਼ ਦੀ। ਕਹਿੰਦੇ ਜਦੋਂ ਬੰਦਾ ਮਰ ਜਾਂਦਾ ਹੈ, ਕਬੀਰ ਸਾਹਿਬ ਜੀ, ਖਸਮ ਮਰੈ, ਮਾਲਕ ਮਰ ਜਾਂਦਾ ਹੈ, ਤਾਂ ਨਾਰ ਨਾ ਰੋਵੇ, ਤਾਂ ਪੈਸੇ ਨਹੀਂ ਰੋਂਦੇ। ਜਦੋਂ ਪੈਸੇ ਗਵਾਚ ਜਾਂਦੇ ਨੇ, ਮਾਇਆ ਗਈ ਤਬ ਰੋਵਨ ਲਗਤ ਹੈ, ਬੰਦਾ ਰੋਂਦਾ ਹੈ। ਮਕਾਨ ਟੁੱਟ ਜਾਵੇ, ਕਿਸੇ ਕੁਦਰਤੀ ਆਫਤ ਕਰਕੇ ਢਹਿ ਜਾਵੇ, ਬੰਦਾ ਰੋਵੇਗਾ। ਬੰਦੇ ਦਾ ਐਕਸੀਡੈਂਟ ਹੋ ਕੇ ਮਰ ਜਾਵੇ, ਮਕਾਨ ਨਹੀਂ ਰੋਵੇਗਾ। ਤਾਂ ਮਕਾਨ ਨਹੀਂ ਮਾੜਾ, ਪੈਸੇ ਨਹੀਂ ਮਾੜੇ। ਕਈ ਵਾਰੀ ਅਸੀਂ ਪੈਸੇ ਦੀ ਨਿੰਦਿਆ ਕਰ ਕਰਕੇ ਜਿਹੜੇ ਧਾਰਮਿਕ ਲੋਕ ਹੁੰਦੇ ਨੇ ਤੇ ਜਾਣ ਬੁੱਝ ਕੇ ਉਹਦੀ ਮਤਲਬ ਨਿੰਦਿਆ ਕਰ ਕਰਕੇ ਉਹਦਾ ਲਾਲਚ ਵਧਾ ਦਿੰਦੇ। ਪੈਸਾ ਨਹੀਂ ਮਾੜਾ, ਕਬੀਰ ਸਾਹਿਬ ਜੀ ਗੌਰ ਦੇ ਨਾਲ ਜਿਸ ਦੇਖੀਏ, ਕਹਿੰਦੇ ਬੰਦਿਆ ਤੇਰੀ ਪਕੜ ਮਾੜੀ ਆ। ਕਾਗਜ਼ ਦੇ ਨੋਟ ਨੇ, ਉੱਤੇ RBI ਦੀ ਮੋਹਰ ਹੈ, ਆਪਣੀ ਇੰਡੀਅਨ ਕਰੰਸੀ ਜਿਹੜੀ ਆ। ਉਹਨੂੰ ਕੀ ਪਤਾ ਉਹਦੇ ਪਿੱਛੇ ਦੋ ਭਰਾ ਲੜ ਰਹੇ ਨੇ, ਉਹਨੂੰ ਕੀ ਪਤਾ, ਉਹਨੂੰ ਕੀ ਪਤਾ ਉਹਦੇ ਪਿੱਛੇ ਕਤਲ ਹੋ ਰਹੇ ਨੇ। ਉਹਨੂੰ ਕੀ ਪਤਾ ਕਾਗਜ਼ ਦੇ ਨੋਟਾਂ ਦੇ ਕਿਹੜਾ ਕੰਨ ਨੇ, ਕੀ ਆ ਉਹਨਾਂ ਦੇ ਪਾਸ। ਉਹਨਾਂ ਨੂੰ ਕੀ ਪਤਾ ਕਿ ਉਹਨਾਂ ਦੇ ਵਾਸਤੇ ਲੋਕ ਧੋਖੇਬਾਜ਼ ਹੋ ਰਹੇ ਨੇ, ਉਹਨਾਂ ਨੂੰ ਨਹੀਂ ਪਤਾ। ਕਾਗਜ਼ ਦੇ ਨੋਟ ਨਹੀਂ ਮਾੜੇ, ਸਾਡੀ ਸਮਝ ਉਹਨਾਂ ਪ੍ਰਤੀ ਮਾੜੀ ਆ। ਸੰਸਾਰ ਨੇ ਸਾਨੂੰ ਨਹੀਂ ਫੜਿਆ, ਅਸੀਂ ਸੰਸਾਰ ਨੂੰ ਫੜਿਆ। ਪੈਸਾ ਥੋੜ੍ਹੀ ਰੋਵੇਗਾ ਜਦੋਂ ਮਰ ਜਾਵਾਂਗੇ, ਪੈਸਾ ਗੁੰਮ ਹੋ ਜੇ ਅਸੀਂ ਰੋਵਾਂਗੇ। ਅਸੀਂ ਸੰਸਾਰ ਨੂੰ ਫੜਿਆ। ਕਬੀਰ ਜੀ ਕਹਿੰਦੇ ਨਾ ਕਿ ਸੰਸਾਰ ਨੇ ਸਾਨੂੰ ਫੜਿਆ। ਗੁਰੂ ਮਹਾਰਾਜ ਦੀ ਬਾਣੀ ਕੀ ਕਰਦੀ ਆ, ਇਹ ਜਿਨ੍ਹਾਂ ਚੀਜ਼ਾਂ ਦੇ ਨਾਲ ਜੱਫੀਆਂ ਪਾਈਆਂ ਨੇ ਘੁੱਟ ਕੇ, ਪੈਸੇ ਨਾਲ, ਕੋਠੀ ਨਾਲ, ਬਸ ਮੌਤ ਤੋਂ ਪਹਿਲਾਂ, ਮੌਤ ਨੇ ਤਾਂ ਆ ਕੇ ਸਾਰੀਆਂ ਚੀਜ਼ਾਂ ਛਡਾਉਣੀਆਂ ਨੇ, ਗੁਰੂ ਪਹਿਲਾਂ ਹੀ ਛਡਾ ਦਿੰਦਾ ਹੈ, ਫਿਰ ਮੌਤ ਦਾ ਗਮ ਨਹੀਂ ਰਹਿੰਦਾ। ਮੈਂ ਵਾਰ ਦੁਹਰਾ ਦੇਵਾਂ, ਬੜੀ ਬਰੀਕ ਗੱਲ ਹੈ ਇਹ। ਜਿਹੜੀਆਂ ਚੀਜ਼ਾਂ ਹੱਥ ਵਿੱਚ ਫੜੀਆਂ ਨੇ ਉਹ ਨਹੀਂ ਰਹਿਣੀਆਂ। ਪਤਾ ਕਿਉਂ? ਹੱਥ ਨਹੀਂ ਰਹਿਣੇ। ਗੁਰੂ ਤੇਗ ਬਹਾਦਰ ਜੀ, ਜਿਹੜੀਆਂ ਚੀਜ਼ਾਂ ਛਾਤੀ ਨਾਲ ਘੁੱਟ ਕੇ ਲਾਈਆਂ ਨੇ ਉਹ ਨਹੀਂ ਰਹਿਣੀਆਂ। ਪਤਾ ਕਿਉਂ? ਛਾਤੀ ਨਹੀਂ ਰਹਿਣੀ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਗੁਰੂ ਦੀ ਕੀ ਅਹਿਮੀਅਤ ਹੈ ਜ਼ਿੰਦਗੀ 'ਚ, ਲਾਈਫ 'ਚ। ਮੌਤ ਨੇ ਆਉਣਾ, ਸਭ ਛਡਾ ਲੈਣਾ। ਮਕਾਨ ਨੂੰ ਗਲਵੱਕੜੀ ਪਾਈ, ਛਡਾ ਲੇਗੀ। ਮਕਾਨ ਨੂੰ ਜੱਫੀ ਪਾਈ, ਛਡਾ ਲੇਗੀ ਮੌਤ। ਮੌਤ ਦੀ ਕਚਹਿਰੀ 'ਚੋਂ ਕੋਈ ਬਰੀ ਨਹੀਂ ਹੋਇਆ। ਅਤੇ ਜੇ ਤੁਸੀਂ ਉਸ ਤੋਂ ਬਾਅਦ ਜਿਹੜੀ ਵੀ ਚੀਜ਼ ਨੂੰ ਘੁੱਟ ਕੇ ਫੜਿਆ, ਪਰਿਵਾਰ ਆ, ਉਹ ਛਡਾ ਲੇਗੀ। ਗੁਰੂ ਪਤਾ ਕੀ ਕਰਦਾ ਹੈ? ਗੁਰੂ ਮੌਤ ਤੋਂ ਪਹਿਲਾਂ ਹੀ ਛਡਾ ਦਿੰਦਾ ਤੁਹਾਨੂੰ। ਡਰ ਮੌਤ ਦਾ ਇਹੀ ਆ ਨਾ, ਉਹਨੂੰ ਛੱਡਣਾ ਪੈ ਜਾਏਗਾ, ਇਹਨੂੰ ਛੱਡਣਾ ਪੈ ਜਾਏਗਾ। ਗੁਰੂ ਮਹਾਰਾਜ ਵਿੱਚ ਇੱਕ ਪੰਗਤੀ ਆ, ਹੋਰ ਕਲੀਅਰ ਹੋ ਜਾਏਗੀ। ਜਬ ਲਗ ਦੁਨੀਆ ਰਹੀ ਹੈ ਨਾਨਕ,
किश सुनिए किश कहिए, भाल रहे हम रहन न पाया, जीवतियां मर रही है। ਜਿਉਂਦਿਆਂ ਜੀ ਸੰਤ ਮਰਿਆਂ ਵਾਂਗ ਰਹਿੰਦੇ ਨੇ। ਭਾਵ ਇਹਦਾ ਅਰਥ ਕੀ ਆ, ਮੌਤ ਜਿਹੜੀ ਆ ਉਹ ਗਲਵੱਕੜੀ ਪਾਈ ਹੋਈ ਛਡਾ ਦਿੰਦੀ ਆ। ਸੰਤ ਕਿਸੇ ਚੀਜ਼ ਨੂੰ ਫੜਦੇ ਨਹੀਂ ਹੈਗੇ, ਕਿਸੇ ਚੀਜ਼ ਨੂੰ ਫੜਦੇ ਨਹੀਂ। ਇੱਕ ਗਾਥਾ ਪੜ੍ਹ ਰਿਹਾ ਸੀ ਕਿਸੇ ਫਕੀਰ ਦੀ, ਹੋਰ ਸਮਝ ਜਾਵੋਗੇ ਇਸ ਪ੍ਰਕਾਰ ਤੁਸੀਂ, ਸੌਖਾ ਹੋ ਜਾਏਗਾ ਤੁਹਾਨੂੰ ਸਮਝਣਾ। ਮਹਾਂਪੁਰਸ਼ ਸੀ ਇੱਕ ਰੱਬ ਦੇ ਪਿਆਰੇ, ਤੇ ਇੱਕ ਰਾਜਾ ਸੀ ਉੱਥੇ ਮਹਿਲਾਂ 'ਚ ਰਹਿੰਦਾ। ਰੋਜ਼ ਉਹਨਾਂ ਨੂੰ ਤੱਕਦਾ ਸੀ। ਉਹ ਚੌਂਕ 'ਚ ਬੈਠੇ ਹੁੰਦੇ, ਉਹਨਾਂ ਦੀ ਮਸਤੀ ਬਹੁਤ ਹੀ ਜ਼ਿਆਦਾ, ਤੇ ਨਾਮ ਦੀ ਬੰਦਗੀ ਦੀ ਇਬਾਦਤ ਵਾਲਾ ਰੰਗ ਰਾਜਾ ਨਿਹਾਲ ਹੋਇਆ। ਕਹਿੰਦਾ ਐਸੇ ਸੰਤ ਨੂੰ ਮੈਂ ਆਪਣੇ ਮਹਿਲਾਂ 'ਚ ਲੈ ਕੇ ਆਵਾਂਗਾ, ਤੇ ਲੈ ਆਇਆ। ਰੱਥ 'ਤੇ ਸਵਾਰ ਹੋ ਕੇ ਗਿਆ। ਕਹਿੰਦਾ ਆਓ ਸੰਤ ਜੀ, ਚਲੋ ਸਾਡੇ ਡੇਰੇ ਸ਼ਮਿਆਨੇ ਦੇ ਵਿੱਚ ਚਲੋ ਜੀ। ਉਹ ਕਹਿੰਦੇ ਚਲੋ। ਰਾਜੇ ਦੀ ਸ਼ਰਧਾ ਟੁੱਟ ਗਈ। ਕਹਿੰਦਾ ਇਹਦਾ ਤਿਆਰ ਹੀ ਬੈਠਾ ਸੀ। ਜਿਹੜਾ ਜਿੰਨਾ ਸਮਾਂ ਜ਼ਿਆਦਾ ਪਖੰਡ ਜਿਹਾ ਨਾ ਕਰੇ, ਅਸੀਂ ਉਹਨੂੰ ਸੰਤ ਨਹੀਂ ਮੰਨਦੇ। ਸੰਤਾਂ 'ਚ ਪਖੰਡ ਨਹੀਂ ਹੁੰਦੇ। ਉਹ ਸੰਤ ਸੀ, ਰੀਅਲ ਸੰਤ ਸੀ। ਉੱਠ ਕੇ ਕਹਿੰਦਾ ਚਲੋ ਜੀ। ਰਾਜਾ ਕਹਿੰਦਾ ਇਹ ਤਾਂ ਭੁੱਖਾ ਹੀ ਸੀ ਜਾਣ ਦਾ, ਇਹ ਤਾਂ ਮਹਿਲ ਮਾੜੀਆਂ ਦਾ ਭੁੱਖਾ ਸੀ। ਚਲੋ ਹੁਣ ਕਹਿਤਾ ਸੀ, ਲੈ ਆਂਦਾ। ਰਾਤ ਨੂੰ ਭੋਜਨ ਵੀ ਵਧੀਆ ਛਕਾਇਆ, ਪਲੰਗ ਵੀ ਸੋਹਣਾ ਦਿੱਤਾ। ਜਿਹੋ ਜਿਹਾ ਉਹਦਾ ਆਪਣਾ ਕਮਰਾ ਸੀ, ਉਹੋ ਜਿਹਾ ਹੀ ਸੰਤ ਨੂੰ ਦਿੱਤਾ, ਫਕੀਰ ਨੂੰ ਦਿੱਤਾ। ਜਿਹੜਾ ਖਾਣਾ ਆਪ ਖਾਂਦਾ ਸੀ ਉਹੀ ਸੰਤਾਂ ਨੂੰ ਦੇ ਦਿੱਤਾ। 15 ਕੁ ਦਿਨ ਇਹ ਸਿਲਸਿਲਾ ਚੱਲਦਾ ਰਿਹਾ। ਫਕੀਰ ਮਹਾਂਪੁਰਸ਼ ਤਾਂ ਜਾਣਗੇ ਇਹਦੇ ਅੰਦਰ ਸ਼ਰਧਾ ਨਹੀਂ। 16ਵੇਂ ਦਿਨ ਕਹਿੰਦਾ ਖਾਣਾ ਖਾਣ ਤੋਂ ਬਾਅਦ, ਫਕੀਰ ਜੀ ਜਿਹੜੇ ਮੰਜੇ 'ਤੇ ਮੈਂ ਸੌਂਦਾ, ਜਿਹੋ ਜਿਹੇ ਆਸਣ 'ਤੇ ਤੁਸੀਂ ਸੌਂਦੇ ਹੋ, ਜਿਹੜਾ ਖਾਣਾ ਮੈਂ ਖਾਂਦਾ ਉਹ ਤੁਸੀਂ ਖਾਂਦੇ ਹੋ, ਹੁਣ ਦੱਸੋ ਆਪਣੇ 'ਚ ਕੀ ਫਰਕ ਆ। ਸ਼ਰਧਾ ਨਹੀਂ ਸੀ। ਫਕੀਰ ਜੀ ਕਹਿੰਦੇ ਸਵੇਰੇ ਆਪਾਂ ਚੱਲਾਂਗੇ ਪੈਦਲ ਯਾਤਰਾ 'ਤੇ ਤੈਨੂੰ ਮੈਂ ਦੱਸੂਗਾ ਵੀ ਕੀ ਫਰਕ ਆ। ਅੱਜ ਨਹੀਂ, ਕੱਲ੍ਹ ਨੂੰ ਆਪਾਂ ਚੱਲਾਂਗੇ। ਅਗਲਾ ਦਿਨ ਹੋਇਆ, ਬੜੀ ਉਤਸੁਕਤਾ ਹੋ ਗਈ ਕਿ ਫਕੀਰ ਤੇ ਰਾਜੇ ਵਿੱਚ ਕੀ ਫਰਕ ਆ। ਉਹੀ ਖਾਣਾ ਇਹ ਖਾਂਦੇ ਨੇ, ਉਹੀ ਖਾਣਾ ਮੈਂ ਖਾਂਦਾ, ਉਹੀ ਛੱਤ ਥੱਲੇ ਹੁਣ ਇਹ ਸੌਂਦੇ ਆ, ਉਹੀ ਛੱਤ ਥੱਲੇ ਮੈਂ ਸੌਂਦਾ, ਉਹੀ ਕੱਪੜੇ ਇਹ ਪਾਉਂਦਾ ਹੈ, ਉਹੀ ਕੱਪੜੇ ਮੈਂ ਪਾਉਂਦਾ। ਫਰਕ ਕਿੱਥੇ ਆ? ਫਰਕ ਕਿੱਥੇ ਆ? ਸਵੇਰ ਹੋਈ ਤੇ ਫਕੀਰ ਜੀ ਰਾਜੇ ਨੂੰ ਲੈ ਕੇ ਜਾਂਦੇ ਨੇ, ਤੇ ਬਾਰ-ਬਾਰ ਮਹਿਲਾਂ ਤੋਂ ਤੁਰੇ ਜਾਂਦੇ ਨੇ। ਉਹ ਕਹਿੰਦਾ ਜੀ ਦੱਸੋ ਕੀ ਫਰਕ ਹੈ? ਤੇ ਫਿਰ ਉਹ ਕਹਿੰਦੇ ਚਲੋ ਅੱਗੇ ਚਲੋ, ਦੱਸਦਾ ਹਾਂ। 1 ਕੋ 2 ਕੋ 3 ਕੋ ਚੱਲਦੇ ਚੱਲਦੇ ਅੱਗੇ ਗਏ, ਤੇ ਉੱਥੇ ਰਾਜੇ ਦੀ ਦੇਸ਼ ਦੀ ਸਰਹੱਦ ਜਿਹੜੀ ਸੀ ਰਾਜ ਦੀ, ਉਹ ਖਤਮ ਹੋ ਗਈ ਸੀ। ਅਗਲੇ ਰਾਜੇ ਦਾ ਰਾਜ ਉੱਥੋਂ ਸ਼ੁਰੂ ਹੁੰਦਾ ਸੀ। ਰਾਜਾ ਉੱਥੇ ਜਾ ਕੇ ਰੁਕ ਗਿਆ। ਕਹਿਣ ਲੱਗਾ ਫਕੀਰ ਜੀ ਹੁਣ ਇਦੋਂ ਗਾਂਹ ਨਹੀਂ ਮੈਂ ਜਾ ਸਕਦਾ, ਇੱਥੋਂ ਗਾਂਹ ਮੈਂ ਪੈਰ ਵੀ ਪੁੱਟਿਆ ਤੇ ਮੁਸ਼ਕਿਲ ਹੋ ਜਾਏਗੀ। ਫਕੀਰ ਕਹਿੰਦਾ ਬਸ ਆਹੀ ਫਰਕ ਹੈ, ਤੇਰਾ ਸਭ ਕੁਝ ਪਿੱਛੇ ਹੀ ਪਿੱਛੇ ਆ, ਮੇਰਾ ਸਭ ਕੁਝ ਅੱਗੇ ਹੀ ਅੱਗੇ ਆ। ਉਹਦੇ ਪਹਿਨੇ ਹੋਏ ਕੱਪੜੇ ਜਿਹੜੇ ਉਹਨੇ ਦਿੱਤੇ ਸੀ ਨਾ, ਤੇ ਉਹ ਸਾਰੇ ਲਾ ਕੇ ਸੁੱਟ ਦਿੱਤੇ ਉੱਥੇ। ਕਹਿੰਦਾ ਆਹ ਲੈ ਤੇਰੇ ਵਸਤਰ, ਆਹ ਸਾਡੇ 'ਚ ਤੇਰੇ 'ਚ ਫਰਕ ਹੈ। ਤੂੰ ਚੀਜ਼ਾਂ ਨੂੰ ਘੁੱਟ ਕੇ ਫੜਿਆ ਹੋਇਆ ਵਾ, ਮੈਂ ਕਦੇ ਘੁੱਟ ਕੇ ਕਿਸੇ ਚੀਜ਼ ਨੂੰ ਗਲਵੱਕੜੀ ਨਹੀਂ ਪਾਈ। ਭਾਵ ਬੰਧਨਾਂ 'ਚ ਨਹੀਂ ਹੈਗਾ ਮੈਂ, ਤੇਰਾ ਸਭ ਕੁਝ ਪਿੱਛੇ ਆ, ਸਾਡਾ ਅਗਾਹਾਂ ਕੋ ਤਰਾਂਗ, ਪਿੱਛਾ ਫੇਰ ਨਾ ਮੋਢੜਾ। ਛੋੜ ਜਾਹੇ ਜੋ ਸਗਲ ਕੋ, ਫਿਰ ਲਪਟਾਓ। ਰਾਖ ਲਿਹੋ ਇਹ ਵਿਖੇ ਜੀਓ, ਦਿਓ ਆਪਣਾ ਨਾਮ। ਮੌਤ ਤਾਂ ਜਦੋਂ ਆਊਗੀ, ਹਰ ਇੱਕ ਚੀਜ਼ ਨਾਲ ਜਿਹੜੀ ਗਲਵੱਕੜੀ ਪਾਈ ਆ, ਕਿਸੇ ਦੀ ਪੈਸੇ ਨਾਲ ਪਾਈ ਆ। ਭਗਤ ਤਰਲੋਚਨ ਜੀ ਨੇ ਬਹੁਤ ਸੋਹਣਾ ਕਿਹਾ ਇਹ ਚੀਜ਼ਾਂ ਨੂੰ। ਕਿਸੇ ਨੇ ਪੁੱਤਰਾਂ ਨਾਲ ਪਾਈ ਆ, ਕਿਸੇ ਨੇ ਧੀਆਂ ਨਾਲ, ਕੋਈ ਕਾਰ ਨੂੰ ਪਾਈ ਫਿਰਦਾ ਹੈ ਘੁੱਟ ਕੇ ਜੱਫੀ, ਕੋਈ ਪਲਾਟਾਂ ਨੂੰ ਪਾਈ ਫਿਰਦਾ ਹੈ, ਕੋਈ ਜ਼ਮੀਨ ਨੂੰ ਪਾਈ ਫਿਰਦਾ। ਮੌਤ ਆਊਗੀ, ਸਾਰੀਆਂ ਪਾਈਆਂ ਹੋਈਆਂ ਜੱਫੀਆਂ ਛਡਾ ਲੂਗੀ, ਪਰ ਗੁਰੂ ਦੀ ਕੀ ਲੋੜ ਆ? ਗੁਰੂ ਪਹਿਲਾਂ ਹੀ ਛਡਾ ਦਿੰਦਾ ਹੈ।
ਫਿਰ ਮੌਤ ਦਾ ਡਰ ਨਹੀਂ ਰਹਿੰਦਾ। ਇਵੇਂ ਫਿਰ ਕਹਿਣਾ ਪੈਂਦਾ, ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਮਰਦਾ ਮਰਦਾ ਸਾਰਾ ਜੱਗ ਮਰ ਰਿਹਾ ਹੈ, ਕਬੀਰ ਸਾਹਿਬ ਜੀ ਕਹਿੰਦੇ, ਪਰ ਕਿਸੇ ਨੂੰ ਮਰਨਾ ਨਹੀਂ ਆਇਆ। ਜਦੋਂ ਕੋਈ ਚੱਜ ਨਾਲ ਮਰਦਾ ਹੈ ਉਹ ਵਾਰ-ਵਾਰ ਨਹੀਂ ਮਰਦਾ। ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਭਾਵ ਸਾਰੀਆਂ ਚੀਜ਼ਾਂ ਨੂੰ ਵਰਤ ਕੇ ਵੀ ਉਹਨਾਂ ਚੀਜ਼ਾਂ ਤੋਂ ਉੱਪਰ ਰਹਿਣਾ ਘਰ ਦੇ ਵਿੱਚ, ਪਰ ਉਹਨੂੰ ਜੱਫੀ ਨਹੀਂ ਪਾਉਣੀ। ਜੱਫੀ ਪਾਉਣਾ, ਗਲਵੱਕੜੀ ਪਾਉਣਾ, ਮਤਲਬ ਇਹ ਆ ਕਹਿਣ ਦਾ ਮੇਰੇ, ਉਹਨੂੰ ਫੜ ਕੇ ਰੱਖਣਾ, ਮਨ 'ਚ ਫੜ ਕੇ ਰੱਖਣਾ, ਮਨ 'ਚ ਉਹਨੂੰ ਘੁੱਟ ਕੇ ਫੜ ਲੈਣਾ, ਮਨ ਨੇ ਉਹਨੂੰ ਪਕੜ ਲੈਣਾ। ਇੱਦਾਂ ਰਹਿਣਾ ਵੀ ਮਨ ਉਹਦੇ ਵਿੱਚ ਖੁੱਭੇ ਨਾ, ਮਨ 'ਚ ਉਹਦੀ ਯਾਦ ਹੋਵੇ, ਦੇਹੋ ਆਪਣਾ ਨਾਮ। ਪਰ ਇਨਸਾਨ ਜਿਹੜੀ ਗਲਤੀ ਇੱਕ ਵਾਰ ਕਰਦਾ ਤੇ ਜਾਤੇ ਨਾਹੀਂ ਕੋ ਸੁਖੀ, ਤਾਕੇ ਪਾਛੈ ਜਾਓ। ਜਿਹੜੀ ਚੀਜ਼ 'ਚੋਂ ਸੁੱਖ ਨਹੀਂ ਨਿਕਲਦਾ, ਮਨ ਫੇਰ ਉਹਦੇ ਪਿੱਛੇ ਜਾਂਦਾ ਵੀ ਖਣੀ ਫੇਰ ਸੁੱਖ ਨਿਕਲੇਗਾ। ਫੇਰ ਉਹਦੇ ਪਿੱਛੇ ਨਹੀਂ ਨਿਕਲਦਾ ਸੁੱਖ ਉਹਦੇ ਵਿੱਚੋਂ, ਫੇਰ ਉਹਦੇ ਪਿੱਛੇ ਜਾਂਦਾ। ਸਾਰੀ ਜ਼ਿੰਦਗੀ ਗੁਰੂ ਅਰਜਨ ਦੇਵ ਜੀ ਕਹਿੰਦੇ ਇਹੀ ਸਿਲਸਿਲਾ ਚੱਲਦਾ ਹੈ। ਉਹ ਚੀਜ਼ ਜਿਹੜੀ ਆਪਾਂ ਰੋਜ਼ ਕਰਦੇ ਹਾਂ ਉਹਦੇ ਵਿੱਚੋਂ ਖੁਸ਼ੀ ਨਹੀਂ ਮਿਲਦੀ, ਫਿਰ ਕਰਦੇ ਹਾਂ ਵੀ ਕੱਲ੍ਹ ਨੂੰ ਫਿਰ ਖੁਸ਼ੀ ਮਿਲੂ। ਕਰਮ ਉਹੀ ਪਏ ਆ ਸਾਡੇ, ਭਾਲਦੇ ਉਹਦੇ ਵਿੱਚੋਂ ਸੁੱਖ ਹਾਂ। ਇਹਨੂੰ ਹੀ ਅਗਿਆਨਤਾ ਕਹਿੰਦੇ ਨੇ। ਮੈਂ ਰੋਜ਼ ਉਹੀ ਕਰਮ ਕਰਦਾ ਤੇ ਕਹਿ ਰਿਹਾ ਵੀ ਕੱਲ੍ਹ ਨੂੰ ਇਹਦਾ ਨਤੀਜਾ ਹੋਰ ਹੋਊਗਾ। ਕਰਮ ਮੇਰਾ ਬਦਲਿਆ ਨਹੀਂ, ਰਿਜ਼ਲਟ ਮੈਂ ਉਹਦੇ ਵਿੱਚੋਂ ਆਊਟਪੁੱਟ ਚੰਗੀ ਭਾਲਦਾ। ਇਹਨੂੰ ਅਗਿਆਨਤਾ ਕਹਿੰਦੇ ਨੇ। ਕਰਮ ਮੇਰੇ ਰੋਜ਼ ਦੇ ਜੀਵਨ ਦੇ ਉਹੀ ਨੇ ਤੇ ਮੈਂ ਭਾਲਦਾ ਉਹਦੇ ਵਿੱਚੋਂ ਸੁੱਖ ਨਿਕਲੇਗਾ, ਪਰ ਉਹਦੇ ਵਿੱਚ ਸੁੱਖ ਨਹੀਂ ਹੋਵੇਗਾ। ਉਹਦੇ ਵਿੱਚੋਂ ਉਹੀ ਚੀਜ਼ ਹੋਣੀ ਹੈ ਜਿਹੜੀ ਰੋਜ਼ ਨਿਕਲਦੀ ਰਹੀ ਆ। ਜੀਵਨ ਤੋਂ ਲੈ ਕੇ, ਜਨਮ ਤੋਂ ਲੈ ਕੇ ਮੌਤ ਤੱਕ ਬੰਦਾ ਇੱਕ ਗਲਤੀ ਵਾਰ-ਵਾਰ ਕਰਦਾ। ਉਹ ਕਿਹੜੀ? ਨਾਮ ਨਹੀਂ ਜਪਦਾ, ਬੰਦਗੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਚੇਤੇ ਨਹੀਂ ਕਰਦਾ। ਕਹਿਣਾ ਪਵੇਗਾ, ਅਬ ਤੋਂ ਜਾਦੇ ਰਫਤੇ ਗਾਂ ਕੀ ਵੀ ਪਹੁੰਚ ਨਹੀਂ, ਦੋਸਤੋਂ ਨੇ ਕਿਤਨੀ ਦੂਰ ਵਸਾਈ ਹੈ ਬਸਤੀਆਂ। ਤੇ ਇੱਕ ਫਕੀਰ ਕਹਿੰਦਾ ਹੈ, ਸਾਡੀ ਤਾਂ ਯਾਦ ਦੀ ਵੀ ਤੇਰੇ ਤੱਕ ਪਹੁੰਚ ਨਹੀਂ ਵਾਹਿਗੁਰੂ, ਸਾਡੇ ਤਾਂ ਖਿਆਲਾਂ ਦੀ ਵੀ ਤੇਰੇ ਤੱਕ ਪਹੁੰਚ ਨਹੀਂ, ਤੇਰਾ ਘਰ ਸਾਨੂੰ ਬਹੁਤ ਦੂਰ ਲੱਗਦਾ ਹੈ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ। ਚਿੱਕੜ ਬਹੁਤ ਆ, ਪਰਮਾਤਮਾ ਦਾ ਘਰ ਦੂਰ ਆ ਜੇ, ਹੈ ਬੜਾ ਨੇੜੇ, ਪਰ ਉਹ ਫਾਸਲਾ ਜਿਹੜਾ ਚਿੱਕੜ ਕਰਕੇ ਬਹੁਤ ਦੂਰ ਲੱਗਦਾ। ਇਸ ਕਰਕੇ ਚਿੱਕੜ ਕਾਹਦਾ? ਕ੍ਰੋਧ ਦਾ, ਕਾਮ ਦਾ, ਲੋਭ ਦਾ, ਹੰਕਾਰ ਦਾ, ਉਹਦੇ ਵਿੱਚ ਖੁੱਭਿਆ ਪਿਆ ਤੇ ਘਰ ਤੇਰਾ ਬੜਾ ਦੂਰ ਆ। ਯਾਦ ਦੀ ਵੀ ਪਹੁੰਚ ਨਹੀਂ, ਮੈਂ ਤਾਂ ਕਿੱਥੇ ਪਹੁੰਚਣਾ ਹੈ। ਇਸ ਕਰਕੇ ਕਿਹਾ ਜਾਂਦਾ ਹੈ, ਗੁਰੂ ਮਹਾਰਾਜ ਕਹਿੰਦੇ ਤੁਸੀਂ ਆਪਣੀਆਂ ਗਲਤੀਆਂ ਤੋਂ ਸਿੱਖੋ, ਗਲਤੀ ਕਰੋ। ਕਈ ਵਾਰ ਅਸੀਂ ਬਾਣੀ ਨਹੀਂ ਪੜ੍ਹਦੇ, ਮੈਂ ਬਹੁਤ ਸੰਗਤਾਂ ਨੂੰ ਦੇਖਿਆ, ਕਹਿੰਦੇ ਗਲਤੀ ਹੋ ਜੂਗੀ, ਜੇ ਆਪ ਸਹਿਜ ਪਾਠ ਕਰਾਂਗੇ ਗਲਤੀ ਹੋ ਜੂ। ਇੱਦਾਂ ਨਹੀਂ ਹੁੰਦਾ। ਜੇ ਨਾ ਕਰੋਗੇ ਉਹ ਤਾਂ ਦੁਨੀਆ ਦੀ ਸਭ ਤੋਂ ਵੱਡੀ ਗਲਤੀ ਹੈ। ਕਈ ਵਾਰੀ ਅਸੀਂ ਬਾਣੀ ਨਹੀਂ ਪੜ੍ਹਦੇ ਕਿ ਭੁੱਲ ਹੋ ਜੂਗੀ, ਹਾਏ ਗਲਤੀ ਹੋ ਜੂਗੀ। ਬਾਣੀ ਨਾ ਪੜ੍ਹਨਾ ਹੀ ਦੁਨੀਆ ਦੀ ਸਭ ਤੋਂ ਵੱਡੀ ਭੁੱਲ ਆ। ਕਈ ਅੰਮ੍ਰਿਤ ਨਹੀਂ ਛਕਦੇ, ਡਰਦੇ ਰਹਿੰਦੇ ਸਾਰੀ ਜ਼ਿੰਦਗੀ, ਗਲਤੀ ਨਾ ਹੋ ਜੇ, ਗਲਤੀ ਨਾ ਹੋ ਜੇ। ਅੰਮ੍ਰਿਤ ਨਾ ਛਕਣਾ ਹੀ ਬਹੁਤ ਵੱਡੀ ਭੁੱਲ ਆ ਦੁਨੀਆ ਦੀ। ਬਾਣੀ ਤੁਹਾਨੂੰ ਆਪ ਨੂੰ ਸਹਿਜ ਪਾਠ ਕਰਨਾ ਚਾਹੀਦਾ ਪਿਆਰਿਓ। ਇੱਕ ਵਾਰ ਜ਼ਿੰਦਗੀ 'ਚ ਜ਼ਰੂਰ ਤੁਹਾਨੂੰ ਹੌਲੀ ਸੈਂਚੀਆਂ ਤੋਂ, ਪੋਥੀ ਸਾਹਿਬ ਤੋਂ ਜ਼ਰੂਰ ਬਾਣੀ ਪੜ੍ਹ ਕੇ ਦੇਖਣੀ ਚਾਹੀਦੀ ਆ। ਕਿ ਸਾਰੀ ਜ਼ਿੰਦਗੀ ਸਮੁੰਦਰ ਦੇ ਕੰਢੇ ਕੋਈ ਇਹ ਕਹੇ, ਪਹਿਲਾਂ ਮੈਂ ਤੈਰਨਾ ਸਿੱਖੂੰਗਾ ਫਿਰ ਸਮੁੰਦਰ 'ਚ ਜਾਊਂਗਾ, ਨਦੀ 'ਚ ਫਿਰ ਵੜੂੰਗਾ, ਨਹੀਂ, ਨਦੀ 'ਚ ਜਾਵੇਂਗਾ ਤੇ ਸਿੱਖਣਾ ਆਵੇਗਾ। ਦੂਰ ਬੈਠੇ ਬੰਦਾ ਬਾਹਰ ਕਹੇ ਮੈਂ ਤੈਰਾਕ ਬਣ ਜਾ, ਇਵੇਂ ਕਦੇ ਹੋਇਆ ਨਹੀਂ। ਸਾਈਕਲ 'ਤੇ ਚੜ੍ਹਨ ਤੋਂ ਬਿਨਾਂ ਸਾਈਕਲ ਸਿੱਖ ਜਾ, ਇਵੇਂ ਵੀ ਕਦੇ ਹੋਇਆ ਨਹੀਂ। ਇਹ ਤਾਂ ਐਗਜ਼ਾਮਪਲ ਦਿੱਤੀ ਹੈ, ਉਦਾਹਰਨ ਆ। ਬਾਣੀ ਪੜ੍ਹੋਗੇ ਫਿਰ ਹੌਲੀ ਪੜ੍ਹਨੀ ਆ ਜਾਏਗੀ। ਸਾਰੀ ਜ਼ਿੰਦਗੀ ਇਹੀ ਕਹਿੰਦੇ ਰਹੇ, ਅਸੀਂ ਨਹੀਂ ਜੀ ਪੜ੍ਹ ਸਕਦੇ,
ਅਸੀਂ ਨਹੀਂ ਸਹਿਜ ਪਾਠ ਕਰ ਸਕਦੇ, ਆਪ ਸਾਡੇ ਤੋਂ ਹੋਣਾ ਨਹੀਂ, ਉਹ ਵਾਕਈ ਨਹੀਂ ਹੋਣਾ, ਫਿਰ ਉਹ ਹੋਣਾ ਵੀ ਨਹੀਂ। ਫਿਰ ਪਹਿਲਾਂ ਮਨ ਨੂੰ ਮਨਾਓ, ਮਨ ਨੂੰ ਬਣਾਓ, ਰਾਜੀ ਕਰੋ। ਸਭ ਤੋਂ ਪਹਿਲਾਂ ਮਨ ਬਣਦਾ। ਕੋਈ ਭਗਤ ਨਹੀਂ ਬਣ ਗਏ, ਕੋਈ ਭਗਤ ਨਹੀਂ ਬਣਦਾ, ਕੋਈ ਡਾਕਟਰ ਨਹੀਂ ਬਣਦਾ, ਕੋਈ ਇੰਜੀਨੀਅਰ ਨਹੀਂ ਬਣਦਾ। ਸਭ ਤੋਂ ਪਹਿਲਾਂ ਮਨ ਬਣਦਾ ਹੈ। ਇਹ ਨਹੀਂ ਕਿ ਕੋਈ ਸਿੱਧਾ ਹੀ ਡਾਕਟਰ ਬਣ ਗਿਆ, ਪਹਿਲਾਂ ਉਹਨੇ ਮਨ ਬਣਾਇਆ ਮੈਂ ਪੜ੍ਹਾਈ ਕਰੂੰਗਾ। ਅਤੇ ਮਨੋਵਿਗਿਆਨੀ ਬਣਨ ਲਈ ਵੀ ਮਨ ਪਹਿਲਾਂ ਬਣਦਾ ਹੈ। ਵਿੱਦਿਆ ਪੜ੍ਹਨੀ ਪੈਂਦੀ ਆ। ਗਿਆਨੀ ਬਣਨ ਲਈ, ਵਿਦਵਾਨ ਹੋਣ ਲਈ ਵੀ ਪਹਿਲਾਂ ਕਿਤਾਬਾਂ ਦੇ ਨਾਲ ਬਹੁਤ ਜ਼ਿਆਦਾ ਅਭਿਆਸ ਕਰਨਾ ਪੈਂਦਾ, ਖੋਜ ਕਰਨੀ ਪੈਂਦੀ ਆ। ਤਾਂ ਹਰ ਚੀਜ਼ ਤੋਂ ਪਹਿਲਾਂ ਮਨ ਬਣਦਾ ਹੈ। ਜੇ ਤੁਸੀਂ ਮਨ ਹੀ ਨਹੀਂ ਬਣਾਓਗੇ ਫਿਰ ਕਿੱਦਾਂ ਪਿਆਰੇ ਉਹ ਚੀਜ਼ ਨੂੰ ਪੜ੍ਹੋਗੇ। ਤਾਂ ਆਪ ਜ਼ਿੰਦਗੀ ਵਿੱਚ ਜ਼ਰੂਰ ਸਹਿਜ ਪਾਠ ਕਰਨਾ ਚਾਹੀਦਾ ਹੈ। ਜਿਹੜੇ ਚੰਗੀ ਤਰ੍ਹਾਂ ਪੰਜਾਬੀ ਪੜ੍ਹ ਲੈਂਦੇ ਨੇ ਉਹ ਪੜ੍ਹ ਸਕਦੇ ਨੇ। ਕਰੋ ਕਿਰਪਾ ਕਰਨਾ ਪਤੇ, ਤੇਰੇ ਹਰ ਗੁਣ ਗਾਓ। ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ 'ਤੇ ਵਾਹਿਗੁਰੂ ਜੀ ਕਿਰਪਾ ਕਰ ਦਿਓ, ਮੈਂ ਤੇਰੇ ਗੁਣ ਗਾਉਂਦਾ ਰਹਾਂ, ਤੇਰੇ ਗੁਣ ਗਾਉਂਦਾ ਰਹਾਂ। ਇੱਕ ਸਾਖੀ ਆ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਪਿਆਰੀ। ਮੱਸਿਆ ਦੀ ਰਾਤ ਸੀ ਉਸ ਵਕਤ। ਰਾਏ ਭੋਏ ਦੀ ਤਲਵੰਡੀ ਦਾ ਇਹ ਦ੍ਰਿਸ਼ ਆ। ਸਾਰਾ ਹੀ ਪਿੰਡ ਸੁੱਤਾ ਪਿਆ ਹੈ। ਇੱਕ ਘਰ ਦੇ ਵਿੱਚ ਪਟਵਾਰੀ ਸਾਹਿਬ ਦਾ ਘਰ ਹੈ। ਨਾਮ ਉਹਨਾਂ ਦਾ ਕਲਿਆਣ ਚੰਦ ਹੈ। ਉਹਨਾਂ ਦੇ ਘਰ ਵਿੱਚ ਇੱਕ ਕਮਰਾ ਹੈ। ਉਹਦੇ ਅੰਦਰ ਇੱਕ ਬਾਲਕ ਪਰਮਾਤਮਾ ਦੇ ਗੁਣ ਗਾ ਰਿਹਾ ਹੈ। ਇਹ ਕੌਣ ਨੇ? ਗੁਰੂ ਨਾਨਕ ਸਾਹਿਬ ਜੀ ਦੀ ਬਚਪਨ ਦੀ ਗਾਥਾ ਹੈ। ਮਾਤਾ ਤ੍ਰਿਪਤਾ ਜੀ ਦੀ ਅੱਖ ਖੁੱਲ੍ਹੀ ਆ। ਰਾਤ ਦੇ 2 ਵਜੇ ਨੇ। ਪੁੱਤਰ ਦੀ ਆਵਾਜ਼ ਕੰਨਾਂ ਵਿੱਚ ਪਈ ਆ। ਕਹਿਣ ਲੱਗੇ ਨਾਨਕ ਸਾਰਾ ਪਿੰਡ ਸੌਂ ਗਿਆ, ਰਾਤ ਦੇ 2 ਵਜੇ ਨੇ, ਤੂੰ ਕਿਉਂ ਜਾਗਦਾ? ਕਰੋ ਕਿਰਪਾ ਕਰਨਾ ਪਤੇ, ਤੇਰੇ ਹਰ ਗੁਣ ਗਾਓ। ਛੋਟੇ ਸੀ ਉਦੋਂ, ਤਾਂ ਬਚਪਨ ਅਵਸਥਾ ਵਿੱਚ ਸਨ। ਟੀਕਾਕਾਰ ਲਿਖਦੇ ਨੇ ਆਚਾਰੀਆ ਰਜਨੀਸ਼ ਜੀ, ਕਹਿੰਦੇ ਛੋਟੇ ਸੀ ਉਦੋਂ। ਭਾਵੇਂ ਗੁਰੂ ਮਹਾਰਾਜ ਦੀ ਉਮਰ ਦੇ ਨਾਲ ਉਹਨਾਂ ਦੇ ਫਲਸਫੇ ਨੂੰ ਨਹੀਂ ਤੋਲਿਆ ਜਾ ਸਕਦਾ। ਉਮਰ ਭਾਵੇਂ ਛੋਟੀ ਆ। ਮਾਤਾ ਜੀ ਨੂੰ ਕਹਿਣ ਲੱਗੇ ਮਾਤਾ ਜੀ ਮੈਂ ਨਹੀਂ ਰੁਕ ਸਕਦਾ, ਇਹ ਮੈਂ ਜੋ ਜਪ ਰਿਹਾ ਮੇਰੀ ਇੱਕ ਬਬੀਹੇ ਦੇ ਨਾਲ ਰੀਸ ਲੱਗੀ ਹੋਈ ਆ। ਜਿਵੇਂ ਬੱਚੇ ਕਹਿੰਦੇ ਹੁੰਦੇ ਨੇ, ਕਹਿੰਦੇ ਉਹ ਟਾਹਣੀ 'ਤੇ ਬੈਠਾ ਹੋਇਆ ਪੰਛੀ ਮਾਂ ਕੌਣ ਆ, ਇਹ ਕਿਉਂ ਬੋਲਦਾ? ਮਾਤਾ ਜੀ ਕਹਿੰਦੇ ਬਬੀਹਾ ਹੈ, ਇਹਨੇ ਤਾਂ ਬੋਲੀ ਜਾਣਾ। ਓਨਾ ਸਮਾਂ ਜਿਤਨਾ ਸਮਾਂ ਮੀਂਹ ਨਹੀਂ ਪੈਂਦਾ, ਸਵਾਤੀ ਬੂੰਦ ਇਹਦੇ ਸਿਰ 'ਚ ਨਹੀਂ ਡਿੱਗਦੀ, ਇਹਨੇ ਨਹੀਂ ਚੁੱਪ ਕਰਨਾ, ਇਹ ਪ੍ਰਿਯੂ 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 ਕਰੇਗਾ। ਮਾਤਾ ਜੀ ਨੇ ਆਖਿਆ ਸੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫਿਰ ਮੈਂ ਵੀ ਕਰਾਂਗਾ। ਜਿਤਨਾ ਸਮਾਂ ਪਾਕ ਪਰਵਦਗਾਰ ਖੁਦਾ, ਉਹਦੀ ਕਿਰਪਾ ਦੀਆਂ ਬੂੰਦਾਂ ਮੇਰੇ ਦਿਲ 'ਤੇ ਨਹੀਂ ਪੈਂਦੀਆਂ, ਮਾਤਾ ਜੀ ਮੈਂ ਵੀ ਜਪਦਾ ਰਹਾਂਗਾ। 82,000 ਕਿਲੋਮੀਟਰ ਚੱਲ ਕੇ ਤੇ ਨੰਗੇ ਪੈਰੀ ਜਾ ਕੇ ਜਪਿਆ ਹੀ ਆ। ਘਰ ਘਰ ਦੇ ਦਰਵਾਜ਼ੇ ਖੜਕਾਏ, ਰਬਾਬ ਵਜਾ ਮਰਦਾਨਿਆਂ ਬਾਣੀ ਆਈ ਆ। ਇਹਨੂੰ ਕੀ ਕਿਹਾ ਜਾਂਦਾ? ਬਾ ਵੀਹਾ ਪ੍ਰਿਯੂ ਪ੍ਰਿਯੂ ਕਰੇ, ਜਲ ਨਿਧ ਪ੍ਰੇਮ ਪਿਆਰ, ਬਾ ਵੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਮਾਂ ਇਹ ਬਬੀਹੇ ਨਾਲ ਮੇਰੀ ਰੀਸ ਲੱਗੀ ਆ, ਮੈਂ ਵੀ ਬਬੀਹਾ ਬਣ ਗਿਆ। ਇਹ ਪ੍ਰਿਯੂ ਪ੍ਰਿਯੂ ਕਰਦਾ, ਮੈਂ ਵਾਹਿਗੁਰੂ ਵਾਹਿਗੁਰੂ ਕਰਾਂਗਾ। ਜਿਵੇਂ ਬੱਚੇ ਕਰਦੇ ਹੁੰਦੇ ਨੇ, ਉਹਨਾਂ ਦੇ ਵਾਂਗ ਉਹਨਾਂ ਨੇ ਆਪਣੇ ਮਾਤਾ ਜੀ ਨੂੰ ਦੱਸਿਆ ਬਬੀਹਾ ਹੀ ਮੈਂ ਹਾਂ ਮਾਂ, ਤੇਰਾ ਪੁੱਤਰ ਵੀ ਬਬੀਹਾ ਹੀ ਬਣ ਗਿਆ। ਪਪੀਹਾ ਵੀ ਆਪਾਂ ਕਹਿ ਦਿੰਦੇ ਹਾਂ, ਪਰ ਬਾਣੀ ਵਿੱਚ ਬਬੀਹਾ ਆਇਆ ਹੈ ਵੀ ਉਹ ਪੰਛੀ ਹੋਈ ਸਮਝ ਤੂੰ ਮੈਨੂੰ। ਇਹ ਨਹੀਂ ਚੁੱਪ ਕਰਦਾ, ਮੈਂ ਵੀ ਨਹੀਂ ਚੁੱਪ ਕਰਨਾ। ਤਾਂ ਇੱਦਾਂ ਉਹਨਾਂ ਦੇ ਬਚਪਨ ਦੀਆਂ ਘਟਨਾਵਾਂ ਨੇ। ਹੁਣ ਜਿਹੜੇ ਲੋਕ ਨੇ ਅਸੀਂ ਵੇਖਦੇ ਹਾਂ, ਕਹਿੰਦੇ ਰਾਜਨੀਤੀ ਵਿੱਚ ਬੰਦੇ ਨੂੰ ਰੱਜ ਨਹੀਂ ਆਉਂਦਾ, ਭੁੱਖੇ ਹੀ ਭੁੱਖੇ ਹੁੰਦੇ ਆ। ਲੋਕਾਂ ਨੇ ਧਰਮ ਨੂੰ ਖੇਡ ਬਣਾ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਜਦੋਂ ਬੱਚਿਆਂ 'ਚ ਖੇਡਦੇ ਸੀ ਨਾ, ਉਹਨਾਂ ਦੀ ਖੇਡ ਵੀ ਧਰਮ ਸੀ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਣ ਰਾਮ ਖਿਲਾਉਣਾ ਜਾਣਾ। ਲੋਕਾਂ ਨੇ ਤਾਂ ਧਰਮ ਨੂੰ ਖੇਡ ਬਣਾਇਆ। ਕਬੀਰ ਸਾਹਿਬ ਜੀ ਕਹਿੰਦੇ ਮੱਥੇ 'ਤੇ ਤਿਲਕ ਲਾ ਲਿਆ, ਧੋਤੀ ਬੰਨ੍ਹ ਲਈ, ਬਾਣਾ ਪਾ ਲਿਆ, ਕਹਿੰਦੇ ਅਸੀਂ ਹੋ ਗਏ ਧਾਰਮਿਕ।
ਨਹੀਂ, ਇਹ ਖੇਡ ਬਣਾ ਦਿੱਤੀ ਹੈ ਧਰਮ ਦੀ। ਗੁਰੂ ਨਾਨਕ ਸਾਹਿਬ ਜੀ ਬੱਚਿਆਂ ਨੂੰ ਇਕੱਠੇ ਕਰਕੇ ਅੱਖਾਂ ਮੀਟ ਕੇ ਬੈਠ ਜਾਂਦੇ ਸੀ, ਕਹਿੰਦੇ ਆਓ ਆਪਾਂ ਖੇਡੀਏ, ਅੱਖਾਂ ਮੀਟ ਕੇ ਆਪਣੇ ਅੰਦਰ ਡੁੱਬੀਏ। ਖੇਡ ਵੀ ਉਹਨਾਂ ਦੀ ਤਾਂ ਧਰਮ ਸੀ ਪਿਆਰਿਓ। ਤੇ ਦੁਨੀਆ ਦੇ ਲੋਕਾਂ ਨੇ ਧਰਮ ਨੂੰ ਖੇਡ ਬਣਾਤੀ। ਜਿਹਨੇ ਖੇਡ ਨੂੰ ਧਰਮ ਬਣਾਉਣਾ ਸਿਖਾਇਆ ਸੀ ਤਾਂ ਉਹਦੀ ਆਪਾਂ ਸੁਣੀ ਨਹੀਂ। ਕਰੋ ਕਿਰਪਾ ਕਰਨਾ ਪਤੇ, ਤੇਰੇ ਹਰ ਗੁਣ ਗਾਓ। ਹੇ ਵਾਹਿਗੁਰੂ ਕਿਰਪਾ ਹੀ ਕਰ ਬਸ ਮੇਰੇ ਤੇ, ਕਿਉਂਕਿ ਸੇਖ ਸਾਧੀ ਵਾਂਗ ਕਹਿਣਾ ਪਵੇਗਾ। ਨਾਲੇ ਏਡੇ ਵਿਦਵਾਨ ਸੀ, ਇਹ ਕਹਿ ਦਿੱਤਾ ਲਿਖਤਾਂ ਦੀ ਸਮਾਪਤੀ 'ਚ। ਭਾਵੇਂ ਬਹੁਤ ਕੁਝ ਉਹਨਾਂ ਨੇ ਲਿਖਿਆ ਹੈ, ਬਹੁਤ ਐਗਜ਼ਾਮਪਲਾਂ ਦਿੱਤੀਆਂ ਨੇ ਲੋਕਾਂ ਨੂੰ ਜਗਾਉਣ ਲਈ, ਕਹਿੰਦੇ ਪਰ ਤੁਹਾਨੂੰ ਸਾਜਣ ਵਾਲਾ ਤੁਹਾਡੇ 'ਤੇ ਕਿਰਪਾ ਹੀ ਕਰੇ ਬਸ। ਇਦੋਂ ਬਿਨਾਂ ਮੈਂ ਜੋ ਵੀ ਤੁਹਾਨੂੰ ਕਹੂੰਗਾ ਨਾ, ਤੇ ਕਹਿੰਦੇ ਉਹ ਬੇਫਾਇਦਾ ਅਫਸਾਨਾ ਜਾਂ ਕਹਾਣੀ ਹੋਵੇਗੀ, ਹੋਰ ਨਹੀਂ ਕੁਝ ਹੋਵੇਗਾ। ਨਾਲੇ ਸੰਤ ਨੇ ਉਹ ਕਿਰਪਾ ਕਹਿਣ ਦਾ ਭਾਵ ਉਹਨਾਂ ਨੇ ਗੱਲ ਉਹ ਕਹਿ ਦਿੱਤੀ ਕਿ ਬਣਾਉਣ ਵਾਲੇ ਦੀ ਕਿਰਪਾ ਬੜੀ ਜ਼ਰੂਰੀ ਆ। ਇਹੀ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਰੋ ਕਿਰਪਾ, ਤੇਰੀ ਕਿਰਪਾ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ। ਕਰਨਾ ਪਤੇ, ਤੁਸੀਂ ਕਰਨਾ ਦੇ ਪਾਤਰ ਹੋ ਵਾਹਿਗੁਰੂ, ਕਿਰਪਾ ਕਰਦੇ ਹੋ, ਤੇਰੇ ਹਰ ਗੁਣ ਗਾਓ। ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਓ। ਜਿਹੜੀ ਆ ਬੇਨਤੀ ਗੁਰੂ ਮਹਾਰਾਜ ਬਾਣੀ ਦੀ ਅਖੀਰਲੀ ਪੰਕਤੀ ਵਿੱਚ ਕਰਦੇ ਨੇ, ਲੱਗੇਗਾ ਸੰਗਤ ਮੰਗ ਲਈ ਤੇ ਕੀ ਮੰਗ ਲਿਆ? ਕੋਠੀ ਮੰਗ ਲੈਂਦੇ, ਕਾਰ ਮੰਗ ਲੈਂਦੇ, ਰੱਥ ਸੀ ਉਦੋਂ ਰੱਥ ਮੰਗ ਲੈਂਦੇ, ਬਲਦਾਂ ਦਾ ਜੋੜਾ ਮੰਗ ਲੈਂਦੇ, ਮਹਿੰਗੇ ਬਹੁਤ ਸੀ ਉਦੋਂ। ਇਹ ਸਾਧ ਸੰਗੀ ਕਿਉਂ ਮੰਗਦੇ ਆ ਵਾਰ-ਵਾਰ? ਗੁਰੂ ਦੀ ਬਾਣੀ ਵਿੱਚ ਤੁਸੀਂ ਜਦੋਂ ਉਹਨੂੰ ਰਿਜ਼ਲਟ ਕੱਢੋਗੇ, ਉਹਨਾਂ ਨੇ ਸਾਧ ਸੰਗੀ ਮੰਗਣੀ ਆ, ਪੈਸਾ ਨਹੀਂ ਕਿਤੇ ਮੰਗ ਰਹੇ ਕਿਤੇ ਵੀ। ਕਬੀਰ ਸਾਹਿਬ ਜੀ, ਭਗਤ ਫਰੀਦ ਜੀ, ਉਹ ਸਾਧ ਸੰਗਤ ਹੀ ਮੰਗਦੇ ਆ, ਕਿਉਂਕਿ ਸਾਧ ਸੰਗਤ ਵਿੱਚੋਂ ਹੀ ਕਿਰਤ ਕਿਵੇਂ ਕਰਨੀ ਆ, ਪੈਸਾ ਕਿਵੇਂ, ਉਹਦਾ ਤਰੀਕਾ ਕੀ ਆ, ਉਹਨੂੰ ਸਾਂਭਣ ਦਾ, ਉਹਨੂੰ ਵਰਤਣ ਦਾ, ਦਸਵੰਧ ਦਾ, ਇਹ ਵੀ ਸਿੱਖਿਆ ਮਿਲਦੀ ਆ। ਪੈਸਾ ਕੋਲ ਹੋਵੇ, ਹੰਕਾਰ ਨਹੀਂ ਕਰਨਾ, ਇਹ ਸਿੱਖਿਆ ਮਿਲਦੀ ਆ। ਵੰਡ ਕੇ ਵੀ ਛਕਣਾ ਉਹਨੂੰ ਗਰੀਬਾਂ 'ਚ, ਇਹ ਵੀ ਸਿੱਖਿਆ ਮਿਲਦੀ ਆ। ਤਾਂ ਸਾਰੀਆਂ ਚੀਜ਼ਾਂ ਜਿਨ੍ਹਾਂ ਨਾਲ ਆਪਾਂ ਘੁੱਟ ਕੇ ਕਲਵੱਕੜੀ ਪਾਈ ਆ, ਚਾਹੇ ਪੈਸਾ ਕਿਸੇ ਨੇ ਕਿਹਦੇ ਨਾਲ ਪਾਈ ਆ, ਇਹ ਸਭ ਤੁਸੀਂ ਆਪਣਾ ਫੈਸਲਾ ਆਪ ਕਰੋ ਪਿਆਰਿਓ। ਕੋਈ ਕਿਸੇ ਬਾਰੇ ਨਹੀਂ ਦੱਸ ਸਕਦਾ, ਤੂੰ ਖੁਦ ਮਨਸੁਬ ਸੁਧ। ਤੇ ਸੇਖ ਸਾਧੀ ਜੀ ਇੱਕ ਹੋਰ ਗੱਲ ਕਹਿੰਦੇ ਨੇ, ਕਹਿੰਦੇ ਬੰਦਿਆ ਤੇਰਾ ਫੈਸਲਾ ਤੂੰ ਆਪ ਹੀ ਕਰਿਆ ਕਰ। ਤੇਰੇ ਦੋਸਤਾਂ ਨੇ ਤਾਂ ਤੈਨੂੰ ਚੰਗਾ ਹੀ ਕਹਿਣਾ, ਜਿਨ੍ਹਾਂ ਦੀ ਤੇਰੇ ਨਾਲ ਬਣਦੀ ਆ, ਲਿਹਾਜ਼ ਆਪਾਂ ਕਹਿ ਦਿੰਦੇ ਹਾਂ, ਤੇ ਉਹਨਾਂ ਨੇ ਤਾਂ ਕਹਿਣਾ ਉਹ ਚੰਗਾ ਹੀ ਆ, ਪਰ ਉਹ ਨਹੀਂ, ਤੂੰ ਨਹੀਂ ਹੈਗਾ। ਤੇਰੇ ਦੋਸਤਾਂ ਨੇ ਤੈਨੂੰ ਚੰਗਾ ਹੀ ਕਹਿਣਾ, ਤੇਰੇ ਦੁਸ਼ਮਣਾਂ ਨੇ ਤੈਨੂੰ ਮਾੜਾ ਹੀ ਕਹਿਣਾ, ਕਿਉਂਕਿ ਉਹ ਤੇਰੇ ਨਾਲ ਈਰਖਾ ਕਰਦੇ ਆ। ਇਸ ਕਰਕੇ ਤੂੰ ਉਹ ਨਹੀਂ ਹੈਗਾ ਜਿਹੜੇ ਤੇਰੇ ਦੋਸਤ ਕਹਿੰਦੇ ਨੇ, ਨਾ ਉਹ ਵੀ ਨਹੀਂ ਤੂੰ। ਜਿਹੜੇ ਤੇਰੇ ਦੁਸ਼ਮਣ ਕਹਿੰਦੇ ਆ ਉਹ ਵੀ ਤੂੰ ਨਹੀਂ ਹੈਗਾ। ਤੂੰ ਤਾਂ ਉਹ ਆ ਜਿਹੜਾ ਕੁਝ ਤੂੰ ਸਾਰਾ ਦਿਨ ਸੋਚਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਕਈ ਵਾਰੀ ਆਪਣੇ ਆਪ ਨੂੰ ਮੰਨ ਲੈਂਦੇ ਹਾਂ। ਕਿਸੇ ਨੇ ਕਹਿਤਾ ਤੂੰ ਬਹੁਤ ਚੰਗਾ, ਦੋਸਤਾਂ ਨੇ ਉਹ ਮੰਨ ਲੈਂਦੇ ਹਾਂ। ਕਿਸੇ ਨੇ ਕਹਿਤਾ ਤੂੰ ਬਹੁਤ ਮਾੜਾ, ਤੇ ਅਸੀਂ ਉਹ ਮੰਨ ਲੈਂਦੇ ਹਾਂ, ਗੁੱਸਾ ਕਰ ਜਾਂਦੇ ਹਾਂ। ਅਸੀਂ ਉਹ ਨਹੀਂ ਹੈਗੇ ਜੋ ਲੋਕ ਕਹਿੰਦੇ ਆ, ਅਸੀਂ ਉਹ ਹਾਂ, ਮੈਂ ਉਹ ਹਾਂ ਜੋ ਮੈਂ ਸਾਰਾ ਦਿਨ ਸੋਚਦਾ। ਤੁਸੀਂ ਵੀ ਉਹ ਹੋ। ਮੈਨੂੰ ਤੁਹਾਡੀ ਸੋਚ ਦਾ ਨਹੀਂ ਪਤਾ, ਤੁਹਾਨੂੰ ਮੇਰੀ ਸੋਚ ਦਾ ਨਹੀਂ ਪਤਾ, ਪਰ ਗੁਰੂ ਨੂੰ ਪਤਾ ਹੈ। ਗੁਰੂ ਦੀ ਉੱਥੇ ਤੱਕ ਪਹੁੰਚ ਆ, ਤਾਂ ਹੀ ਆਪਾਂ ਆਪਣੀ ਸੋਚ ਨੂੰ ਸੋਹਣਾ ਬਣਾਉਣਾ ਹੈ। ਜੀਓ ਮੈਲੇ ਬਾਹਰੋਂ ਨਿਰਮਲ, ਇੱਦਾਂ ਦੇ ਨਹੀਂ ਬਣਨਾ। ਜੀਓ ਨਿਰਮਲ ਬਾਹਰੋਂ ਨਿਰਮਲ, ਇੱਦਾਂ ਦੇ ਬਣਨਾ ਹੈ। ਕਹਿੰਦੇ ਕਿ ਇੱਕ ਕਵੀ ਨੇ ਬਹੁਤ ਸੋਹਣਾ ਲਿਖਿਆ, ਕਹਿੰਦੇ ਹਾਲੇ ਮਨੁੱਖ ਧਰਮ ਦੇ ਪੈਰ ਜਿੱਡਾ ਵੀ ਨਹੀਂ ਹੋਇਆ। ਹਾਲੇ ਮਨੁੱਖ ਧਰਮ ਦੇ ਪੈਰ ਜਿੱਡਾ ਵੀ ਨਹੀਂ ਹੋਇਆ। ਧਰਮ ਦਾ ਮਤਲਬ ਇੱਕ ਪੈਰ ਆ, ਧਰਮ ਪੂਰਾ ਹੈ, ਸਾਰਾ ਸਰੀਰ ਉਹਦਾ ਮੰਨ ਲਓ, ਉਹਦਾ ਪੈਰ ਆ ਨਾ, ਏਡੇ ਵੀ ਅਸੀਂ ਹੋਏ ਨਹੀਂ ਹਜੇ। ਧਰਮ ਦੀ ਸਾਨੂੰ ਕੱਖ ਵੀ ਸਮਝ ਨਹੀਂ। ਇਸ ਕਰਕੇ ਜਿਹਦੇ ਕਰਕੇ ਅਸੀਂ ਡੋਲ ਜਾਂਦੇ ਹਾਂ, ਵਾਰ-ਵਾਰ ਡੋਲ ਜਾਂਦੇ ਹਾਂ। ਇੱਕ ਗਲਤੀ ਤੋਂ ਬੰਦਾ ਸਿੱਖਦਾ ਨਹੀਂ। ਸਾਰਾ ਹੁਕਮਨਾਮੇ ਦਾ ਨਤੀਜਾ ਇਹੀ ਕੱਢਿਆ ਗੁਰੂ ਮਹਾਰਾਜ ਨੇ। ਤੁਸੀਂ ਅੱਜ ਇੱਕ ਗਲਤੀ ਕਰ ਰਹੇ ਹੋ, ਜਾਤੇ ਨਾਹੀਂ ਕੋ ਸੁਖੀ ਤਾਕੇ ਪਾਛੈ ਜਾਓ।
ਜਿਹੜੀ ਚੀਜ਼ ਤੋਂ ਸੌਖੀ ਨਹੀਂ ਮਿਲਦਾ, ਵਾਰ ਵਾਰ ਉਹੀ ਕਰੀ ਜਾਂਦੇ ਹੋ, ਵਾਰ ਰਿਪੀਟ 'ਚ ਜਾ ਰਹੇ ਹੋ। ਉਸੇ ਚੀਜ਼ 'ਚੋਂ ਫਿਰ ਸੁੱਖ ਭਾਲਦੇ ਹੋ, ਫਿਰ ਨਹੀਂ ਮਿਲਦਾ, ਫਿਰ ਜਾਂਦੇ ਹੋ, ਫਿਰ ਨਹੀਂ ਮਿਲਦਾ। ਇਵੇਂ ਜ਼ਿੰਦਗੀ ਮੌਤ ਤੱਕ ਜਾਂਦੀ ਆ। ਇਹ ਸਫ਼ਰ ਇਵੇਂ ਚੱਲਦਾ ਰਹਿੰਦਾ। ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਓ, ਰਾਖ ਲਿਹੋ ਇਹ ਬਿਖੇ ਜੀਓ, ਦੇਹੋ ਆਪਣਾ ਨਾਮ। ਫਜ਼ੂਲ ਦੀਆਂ ਗੱਲਾਂ ਵਿੱਚ ਅਸੀਂ ਆਪਣੇ ਜੀਵਨ ਨੂੰ ਤਬਾਹ ਕਰ ਰਹੇ ਹਾਂ। ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਸੋ ਪਿਆਰਿਓ, ਇੱਕ ਦਿਨ ਮੌਤ ਆਵੇਗੀ। ਉਹਨੇ ਸਾਰੀਆਂ ਪਾਈਆਂ ਹੋਈਆਂ ਜੱਫੀਆਂ ਛਡਾ ਲੈਣੀਆਂ। ਜਿਹਦੀ ਪੈਸੇ ਨਾਲ ਪਾਈ ਆ ਉਹਨੇ ਛਡਾ ਲੈਣੀ ਆ, ਅਤੇ ਜਿਹਨੇ ਘਰ ਨਾਲ ਪਾਈ ਆ ਉਹਨੇ ਛਡਾ ਲੈਣੀ ਆ, ਜਿਹਨੇ ਜ਼ਮੀਨ ਨਾਲ ਪਾਈ ਆ ਉਹਨੇ ਉਹ ਛਡਾ ਲੈਣੀ ਆ। ਉਹ ਨਹੀਂ ਲਿਹਾਜ਼ ਕਰੇਗੀ। ਤਾਂ ਇਸ ਕਰਕੇ ਫਰੀਦ ਸਾਹਿਬ ਜੀ ਕਹਿੰਦੇ, ਭੰਨੀ ਘੜੀ ਸਵੰਨ ਵੀ ਫਰੀਦਾ, ਟੂਟੀ ਨਾਗਰ ਲੱਜ, ਅਜਰਾਇਲ ਫਰੇਸ਼ਤਾ ਕਹਿ ਕਰ ਨਾਠੀ ਅੱਜ, ਕਬੀਰ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ। ਜੇ ਅੱਜ ਮੌਤ ਦਾ ਫਰਿਸ਼ਤਾ ਗਵਾਂਢੀਆਂ ਦੇ ਘਰੇ ਆਇਆ ਨਾ, ਇਹ ਨਾ ਸੋਚੀ ਤੇਰੇ ਨਹੀਂ ਆਉਣਾ, ਤੇਰੇ ਵੀ ਆਵੇਗਾ ਘਰੇ, ਤੈਨੂੰ ਵੀ ਵਿਆਹ ਕੇ ਲੈ ਕੇ ਜਾਵੇਗਾ ਤੇਰੀ ਜਿੰਦ ਨੂੰ। ਤਾਂ ਉਹਨੇ ਛਡਾਉਣਾ ਇਦੋਂ ਪਹਿਲਾਂ ਉਹ ਆ ਕੇ ਛਡਾ ਲਵੇ, ਤੂੰ ਪਹਿਲਾਂ ਹੀ ਛੱਡ ਦੇ ਮਨ। ਇਸ ਕਰਕੇ ਕਿਹਾ ਜਾਂਦਾ ਵੀ ਤੈਨੂੰ ਕੋਈ ਟੋਕੇ ਪਹਿਲਾਂ ਆ ਕੇ, ਇਵੇਂ ਵੱਧ ਸਮਝ ਜਾਓਗੇ ਵੀ ਤੈਨੂੰ ਉਹ ਫਲਾਣੀ ਗਲਤੀ ਤੋਂ ਟੋਕੇ, ਤੈਨੂੰ ਪਤਾ ਵੀ ਇਹ ਚੀਜ਼ ਗਲਤ ਆ, ਤੂੰ ਪਹਿਲਾਂ ਹੀ ਛੱਡ ਦੇ। ਮਨ ਨੇ ਜਿਹੜੀਆਂ ਚੀਜ਼ਾਂ ਨੂੰ ਫੜਿਆ ਪਹਿਲਾਂ ਹੀ ਛੱਡ ਦੇ। ਮੌਤ ਆ ਕੇ ਛਡਾਊਗੀ ਤਾਂ ਤੂੰ ਬਹੁਤ ਔਖਾ ਹੋ ਕੇ ਮਰੇਗਾ, ਬਹੁਤ ਔਖਾ ਹੋਵੇਗਾ। ਉਦੋਂ ਟਾਈਮ 'ਤੇ ਛੱਡਣੀਆਂ ਪੈਣੀਆਂ, ਪਹਿਲਾਂ ਕਿਉਂ ਨਹੀਂ ਛੱਡ ਦਿੰਦਾ। ਪਰ ਮੋਹ, ਜਿਹੜਾ ਮੋਹ ਆ, ਇਹ ਵੀ ਉਹਦੀ ਮਾਇਆ ਹੈ। ਕੀ ਕਰੀਏ? ਗੁਰੂ ਅਮਰਦਾਸ ਜੀ ਕਹਿੰਦੇ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮਿੱਠਾ ਲਾਇਆ। ਜੇ ਮੋਹ ਨਾ ਹੁੰਦਾ ਤੇ ਮਾਵਾਂ ਨੇ ਬੱਚਿਆਂ ਨੂੰ ਦੁੱਧ ਨਹੀਂ ਸੀ ਪਿਆਉਣਾ। ਪਰ ਕਹਿੰਦੇ ਬੈਲੈਂਸ ਚਾਹੀਦਾ ਹੈ। ਇਹੀ ਬਸ ਪਰਿਵਾਰ ਦੇ ਵਿੱਚ ਰਹਿ ਕੇ ਬੰਦਗੀ ਕਰਨੀ ਬਹੁਤ ਔਖੀ ਆ ਪਿਆਰਿਓ। ਅਤੇ ਘਰ-ਬਾਰ ਛੱਡ ਕੇ ਤਪ ਕਰਨਾ, ਜੰਗਲਾਂ 'ਚ ਜਾਣਾ, ਇਹ ਥੋੜ੍ਹਾ ਜਿਹਾ ਸੌਖਾ ਹੀ ਆ। ਪਰ ਘਰੇ ਰਹਿ ਕੇ ਕਬੀਲਦਾਰੀ ਸਾਂਭ ਕੇ ਅਤੇ ਬੱਚਿਆਂ ਨੂੰ ਪਾਲ ਕੇ ਨਾਲ ਬੰਦਗੀ ਕਰਨੀ, ਇਹ ਆ, ਇਹਨੂੰ ਕਹਿੰਦੇ ਆ ਬਲਦੀ ਹੋਈ ਹਨੇਰੀ 'ਚ ਅਤੇ ਚੱਲਦੀ ਹੋਈ ਹਨੇਰੀ 'ਚ ਦੀਵਾ ਬਾਲਣਾ। ਇਹ ਕੋਈ ਕਰਦਾ। ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸੰਤ ਕਿਹਾ ਹੈ, ਉਹਨਾਂ ਦਾ ਹੀ ਨਾਮ ਆਪਾਂ ਜਪਦੇ ਹਾਂ। ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ। ਪਰ ਜਿਨ੍ਹਾਂ ਕੋਲ ਬਹੁਤ ਪੈਸੇ ਸੀ, ਬਹੁਤ ਸ਼ੌਹਰਤਾਂ ਸੀ, ਰਾਮ ਗਇਓ ਰਾਵਣ ਗਇਓ, ਉਹਨਾਂ ਨੂੰ ਜਾਣਾ ਪਿਆ ਹੈ। ਸੋ ਆਪਾਂ ਆਪਦੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ, ਗੁਰੂ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਵੀ ਸਾਡੇ 'ਤੇ ਕਿਰਪਾ ਕਰ, ਅਸੀਂ ਪਰਿਵਾਰ ਵਿੱਚ ਰਹਿ ਕੇ ਵੀ ਤੇਰੇ ਨਾਲ ਜੁੜੇ ਰਹੀਏ ਮਾਲਕਾ। ਸ਼ੁਕਰ ਕਰਨਾ ਸਾਨੂੰ ਆ ਜਾਵੇ, ਸਾਡੀ ਜ਼ਿੰਦਗੀ ਅੰਦਰੋਂ ਸੋਹਣੇ ਸਾਨੂੰ ਬਣਾ ਦਿਓ। ਭਾਈ ਵੀਰ ਸਿੰਘ ਜੀ ਦਾ ਇੱਕ ਕਥਨ ਆ ਬਹੁਤ ਪਿਆਰਾ। ਕਹਿੰਦੇ ਨੇ, ਬੰਦਿਆ ਤੇਰਾ ਚੰਗਾ ਸੁਭਾਅ ਹੀ ਤੇਰਾ ਗਹਿਣਾ ਹੈ। ਪੁੱਛਿਆ ਹੋਣਾ ਕਿਸੇ ਨੇ, ਭਾਈ ਸਾਹਿਬ ਜੀ ਦੱਸ ਦਿਓ ਕਿ ਬੰਦੇ ਦਾ ਗਹਿਣਾ ਕੀ ਆ। ਕਹਿੰਦੇ, ਬੰਦਿਆ ਤੇਰਾ ਚੰਗਾ ਸੁਭਾਅ ਹੀ ਤੇਰਾ ਗਹਿਣਾ ਹੈ। ਸੁਭਾਅ ਨੂੰ ਪਿਆਰਾ ਬਣਾਓ ਪਿਆਰਿਓ, ਸਾਰਿਆਂ ਨੂੰ ਤੁਸੀਂ ਚੰਗੇ ਲੱਗੋਗੇ ਜਿੱਥੇ ਵੀ ਜਾਓਗੇ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਮਹਾਰਾਜ ਸਾਡੇ 'ਤੇ ਤਰਸ ਕਰਨ, ਕੀਤੀ ਹੋਈ ਵਿਚਾਰ ਹਿਰਦਿਆਂ 'ਚ ਵਸੇ। ਗੁਰ ਸ਼ਬਦਾਂ ਦੀ ਕਮਾਈ ਕਰਕੇ ਆਪਦੇ ਜੀਵਨ ਨੂੰ ਸੋਹਣਾ ਬਣਾਈਏ। ਸਤਿਗੁਰੂ ਦੀ ਸ਼ਾਨ, ਸੰਗਤ ਦੀ ਸ਼ਾਨ ਬਹੁਤ ਉੱਚੀ ਆ। ਬੋਲਦੇ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ। ਹਾਂਜੀ, ਅੱਗੇ ਵਾਸਤੇ ਆਪ ਜੀ ਅਸੀਸ ਬਖਸ਼ੋ। ਆਓ ਰਲ ਕੇ ਆਪਾਂ ਹੁਣ ਇਕੱਠੇ ਹੋ ਕੇ ਇੱਕ ਸੁਰ ਦੇ ਵਿੱਚ ਵਾਹਿਗੁਰੂ ਜੀ ਦਾ ਮੰਤਰ ਜਪਣ ਦਾ ਇੱਕ ਨਿਮਾਣਾ ਜਿਹਾ ਯਤਨ ਕਰੀਏ ਜੀ। ਵਾਹਿਗੁਰੂ
ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।